BTV देख रहे सारे ही दर्शकों ਨੂੰ ਮੇਰੇ ਵੱਲੋਂ ਯਾਨੀ ਕਿ ਸ਼ਵੀ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਅ ਵੈਰੀ ਗੁੱਡ ਮਾਰਨਿੰਗ ਜੀ। ਬ੍ਰਾਈਟ ਵੇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਬ੍ਰਾਈਟ ਐਂਡ ਬਿਊਟੀਫੁਲ ਮਾਰਨਿੰਗ ਹੈ ਜੀ ਅੱਜ ਦੀ ਵੀ। ਬੁੱਧਵਾਰ ਦੀ ਬਹੁਤ ਹੀ ਸੋਹਣੀ ਸਵੇਰ ਹੈ। ਜੁਲਾਈ 5 ਅੱਜ ਤਰੀਕ ਹੈ ਤੇ ਮੇਰੇ ਨਾਲ ਅੱਜ ਦੀ ਤਰੀਕ ਦੇ ਵਿੱਚ ਬੈਠੇ ਨੇ। ਪਤਾ ਨਹੀਂ ਕੱਲ ਮੇਰੇ ਨਾਲ ਸ਼ੋਅ ਕਰਨਗੇ ਜਾਂ ਜ਼ੂਮ ਦੇ ਵਾਇਆ ਕਰਨਗੇ। ਪਹਿਲਾਂ ਇਹਨਾਂ ਦਾ ਅੱਜ ਵੈਲਕਮ ਕਰ ਲੈਂਦੇ ਹਾਂ। ਸੁਰੀਤਮ ਸਿੰਘ ਰਾਏ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ। ਸ਼ਵੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਸਵੇਰੇ ਸਵੇਰੇ ਅੱਜ ਤੱਕ ਕਾਫੀ ਕੂਫੀ ਪਿਆ ਕੇ ਤੁਸੀਂ ਤਿਆਰ ਕਰ ਦਿੰਦੇ। ਮੈਂ ਉਹੀ ਕਹਿ ਰਿਹਾ, ਬਲੈਕ ਕਾਫੀ ਦਾ ਚਲੋ ਠੀਕ ਹੈ, ਤੇ ਅੱਜ ਬਲੈਕ ਸ਼ਰਟ ਪਾ ਕੇ ਉੱਪਰੋਂ ਐ ਚਮਕਦੀ ਹੋਈ ਟਾਈ। ਜਦੋਂ ਮੈਂ ਤੁਹਾਨੂੰ ਦੇਖਿਆ ਨਾ ਅੱਜ ਆਉਂਦੇ ਹਾਂ, ਮੈਂ ਕਿਹਾ ਮੈਂ ਟਾਈ ਨਹੀਂ ਬਣਨੀ ਅੱਜ। ਟਾਈ ਦਾ ਅੱਜ ਤੁਹਾਨੂੰ ਪੂਰਾ ਅੱਜ ਕਹਿੰਦੇ ਨਾ ਕਨਸਨਟਰੇਟ ਕੀਤਾ ਜਾਵੇਗਾ, ਤੇ ਉਹ ਜਿਹੜਾ ਤੁਸੀਂ ਸ਼ੇਰੋ ਸ਼ਾਇਰੀ ਵੀ ਪੜ੍ਹਨੀ ਜਿਹਦੇ ਲਈ ਵੀ, ਤੇ ਉਹਨਾਂ ਤੱਕ ਮੈਸੇਜ ਪਹੁੰਚਾਉਣ ਲਈ ਮੈਂ ਆਪਣੀ ਟਾਈ ਕੁਰਬਾਨ ਕਰਤੀ ਭਾਜੀ ਅੱਜ। ਠੀਕ, ਤੁਸੀਂ ਵੈਸੇ ਠੀਕ ਹੋ ਨਾ? ਮੈਂ ਠੀਕ ਹਾਂ। ਦੇਖ ਕੇ ਡਿੱਗੇ ਤਾਂ ਨਹੀਂ? ਨਹੀਂ, ਅਜੇ ਮੈਂ ਆਪਣੇ ਆਪ ਨੂੰ ਕਾਬੂ ਕੀਤਾ ਹੋਇਆ ਜੀ। ਪਰ ਸਾਡੇ ਦੇਖਣ ਵਾਲੇ ਜੇ ਹੋ ਸਕਦੇ ਨੇ ਕਮੈਂਟ ਕਰ ਦੇਣਾ ਕਿ ਅੱਜ ਬੜੇ ਚਮਕ ਰਹੇ ਹੋ ਜੀ। ਠੀਕ ਹੈ, ਥੈਂਕ ਯੂ, ਧੰਨਵਾਦ ਤੁਹਾਡਾ। ਸੋ ਭਾਜੀ, ਬ੍ਰਾਈਟ ਵੇਸ ਪ੍ਰੋਗਰਾਮ ਦੇ ਵਿੱਚ ਅਸੀਂ ਜਦੋਂ ਕਹਿੰਦੇ ਹਾਂ ਕਿ ਬ੍ਰਾਈਟ ਐਂਡ ਬਿਊਟੀਫੁਲ ਮਾਰਨਿੰਗ ਹੈ, ਔਰ ਕੈਲਗਰੀ ਸ਼ਹਿਰ ਦੀ ਹਮੇਸ਼ਾ ਹੀ ਭਾਵੇਂ -30 -40 -50 ਤੱਕ ਵੀ ਪਹੁੰਚਦਾ ਹੈ, ਪਰ ਬ੍ਰਾਈਟ ਜ਼ਰੂਰ ਰਹਿੰਦਾ ਹੈ ਕਿਉਂਕਿ ਸਨ ਜਿਹੜਾ ਹੈ ਨਾ ਉਹ ਬਹੁਤ ਇੱਥੇ ਚਮਕਦਾ ਰਹਿੰਦਾ ਜੀ, ਜਿਹੜਾ ਸੂਰਜ ਹੈ। ਦੇਖੋ ਕੈਲਗਰੀ ਦਾ ਜਿਹੜਾ ਮੌਸਮ ਹੈ ਨਾ ਸ਼ਵੀ ਜੀ, ਜੀ ਚਾਹੇ -25 30 40 ਵੀ ਹੋ ਜਾਂਦਾ ਹੈ, ਪਰ ਕੈਲਗਰੀ ਦਾ ਮੌਸਮ ਵੈਸੇ ਜੇ ਅਸੀਂ ਦੇਖੀਏ ਓਵਰਆਲ ਜੀ ਬਹੁਤ ਵਧੀਆ ਮੌਸਮ ਹੈ। ਹਾਂਜੀ, ਜੇ ਜੇ ਅਸੀਂ ਕੰਪੇਅਰ ਕਰਦੇ ਹਾਂ ਨਾ ਵੈਨਕੂਵਰ ਦੇ ਨਾਲ, ਜੀ, ਤਾਂ ਜਿਹੜੀ ਇੱਥੇ ਧੁੱਪ ਨਿਕਲਦੀ ਹੈ ਨਾ, ਚਾਹੇ -10 ਵੀ ਹੋਵੇ ਨਾ ਜਾਂ 20 ਹੋਵੇ, ਤਾਂ ਉਦੋਂ ਵੀ ਧੁੱਪ ਨਿਕਲੀ ਵਧੀਆ ਖਿੜੀ ਧੁੱਪ। -40 ਚ ਵੀ ਮੈਂ ਦੇਖੀ, ਬਿਲਕੁਲ ਖਿੜਿਆ ਹੋਇਆ ਰਹਿੰਦਾ। ਸੋ ਕੈਲਗਰੀ ਦੇ ਮੌਸਮ ਦਾ ਕੋਈ ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ। ਹਾਂ, BC ਦਾ ਮੌਸਮ ਹੈ ਜਿਹੜਾ ਓਵਰਆਲ ਲੋਕ ਚੰਗਾ ਸਮਝਦੇ ਆ, ਪਰ ਜੇ ਅਸੀਂ ਵੈਨਕੂਵਰ ਦੇ ਮੌਸਮ ਦੇ, ਉੱਥੇ ਤਾਂ ਮੀਂਹ ਬਹੁਤ ਪੈਂਦੇ ਆ, ਬਹੁਤ ਮੀਂਹ ਪੈਂਦਾ ਜੀ। ਹਾਂਜੀ ਹਾਂਜੀ ਹਾਂਜੀ। ਹੁਣ ਜੇ ਇੱਥੇ ਸਨੋ ਹੋ ਜਾਂਦੀ, ਕਦੇ ਠੰਡ ਹੋ ਜਾਂਦੀ ਹੈ, ਤਾਂ ਉਹਦੇ ਨਾਲ ਕੋਈ ਬੰਦੇ ਆਪਾਂ ਗਿੱਲੇ ਤਾਂ ਨਹੀਂ ਨਾ ਹੁੰਦੇ। ਬਿਲਕੁਲ, ਬਾਹਰ ਜੇ ਅਸੀਂ ਤੁਰਨਾ, ਛਤਰੀ ਤਾਂ ਨਹੀਂ ਨਾ ਲੈ ਕੇ ਤੁਰਨਾ ਪੈਂਦਾ। ਬਿਲਕੁਲ ਜੀ, ਬਿਲਕੁਲ। ਸੋ ਮੈਨੂੰ ਤਾਂ ਬਹੁਤ ਪਸੰਦ ਹੈ ਜੀ ਕੈਲਗਰੀ ਦਾ ਵੈਦਰ। ਅੱਜ ਦਾ ਵੀ ਬਹੁਤ ਵਧੀਆ ਮਿਕਸ ਐਂਡ ਮੈਚ, ਜਾਂ ਥੋੜੀ ਠੰਡੀ ਸਵੇਰ ਹੈ, ਪਰ ਮੈਂ ਕਹਿੰਦਾ ਵਧੀਆ, ਬਹੁਤ ਹੀ ਸੋਹਣਾ ਵੈਦਰ ਹੈ ਭਾਜੀ। ਇਸ ਸੋਹਣੇ ਵੈਦਰ ਦੇ ਵਿੱਚ ਵਧੀਆ ਪ੍ਰੋਗਰਾਮ ਦੇ ਵਿੱਚ ਚਮਕਦੀ ਹੋਈ ਟਾਈ ਦੇ ਨਾਲ ਅੱਜ ਦਾ ਜਿਹੜਾ ਖਿਆਲ ਹੈ ਉਹ ਵੀ ਸਾਨੂੰ ਸੁਣਾ ਦਿਓ ਜੀ। ਦੇਖੋ ਖਿਆਲ ਅੱਜ ਦਾ ਮਿਹਨਤ। ਅੱਛਾ ਜੀ, ਆਪਾਂ ਅਕਸਰ ਸਾਰੇ ਕੰਮਕਾਰ ਕਰਦੇ ਆ ਜੀ, ਤੇ ਉਹ ਕਹਿੰਦੇ ਆ ਮਿਹਨਤੀ ਬੰਦੇ ਦੇ ਚਾਹ ਬੇਸ਼ੱਕ ਪੂਰੇ ਨਾ, ਸਾਰੇ ਪੂਰੇ ਨਾ ਹੋਣ, ਮਿਹਨਤੀ ਬੰਦੇ ਦੇ ਸਾਰੇ ਚਾਹ ਬੇਸ਼ੱਕ ਪੂਰੇ ਨਾ ਹੋਣ, ਪਰ ਮਿਹਨਤੀ ਬੰਦਾ ਕਦੇ ਵੀ ਭੁੱਖਾ ਨਹੀਂ ਰਹਿ ਸਕਦਾ ਜਾਂ ਭੁੱਖਾ ਨਹੀਂ ਮਰ ਸਕਦਾ। ਬਿਲਕੁਲ ਸਹੀ ਗੱਲ ਹੈ। ਚਾਹ ਸਾਡੇ ਕਈ ਵਾਰੀ ਕੀ ਹੁੰਦਾ ਨਾ, ਅਸੀਂ ਲੋੜ ਤੋਂ ਵੱਧ ਆਪਦੇ ਮਨ 'ਚ ਬਣਾ ਲੈਂਦੇ ਹਾਂ ਵੀ ਮੈਂ, ਹਾਂ ਵੀ ਠੀਕ ਹੈ, ਹੁਣ ਮੈਂ, ਮੇਰਾ ਆਹ ਵੀ ਹੋ ਗਿਆ, ਘਰ ਵੀ ਵੱਡਾ ਲੈ ਲੈਣਾ, ਕਾਰ ਵੀ ਸੋਹਣੀ ਲੈ ਲੈਣੀ ਹੈ, ਹੁਣ ਮੈਂ ਉੱਥੇ ਕਲੋਨੇ ਰਹਿਣਾ, ਉੱਥੇ ਹੋਰ ਇੱਕ ਚੀਜ਼ ਐਡ ਹੋ ਜਾਂਦੀ ਹੈ, ਬੋਟ ਵੀ ਲੈ ਲੈਣੀ ਹੈ, ਰਾਈਟ। ਹੁਣ ਉਹ ਸ਼ਾਇਦ ਸਾਰਾ ਕੁਝ ਪੂਰਾ ਨਾ ਹੋ ਸਕੇ ਜੀ, ਪਰ ਜਿਹੜਾ ਮਿਹਨਤ ਕਰੂਗਾ ਨਾ, ਉਹ ਆਪਦੀ ਜਿਹੜੀ ਜ਼ਿੰਦਗੀ ਆ ਵਧੀਆ ਜੀ ਲੇਗਾ, ਜਿਹੜਾ ਵਧੀਆ ਆਰਾਮ ਨਾਲ ਕੱਟ ਲੇਗਾ। ਸੋ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ। ਸੋ ਸ਼ੌਂਕ ਜਿਹੜੇ ਨੇ ਉਹ ਤਾਂ ਪੂਰੀ ਤੁਹਾਡੇ, ਦੇਖੋ ਉਹ ਤੁਹਾਡੇ ਉੱਪਰ ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਕੁ ਮਿਹਨਤ ਵੀ ਕਰਦੇ ਹੋ ਆਪਣੇ ਸ਼ੌਂਕ ਲਈ ਵੀ। ਸੋ ਕਈ ਵਾਰ ਬੰਦਾ ਇਹ ਵੀ ਕਹਿੰਦਾ ਕਿ ਮੈਂ ਆਹ ਚੀਜ਼ ਲੈ ਕੇ, ਆਹ ਜਿਹੜੀ ਗੱਡੀ ਹੈ ਪਰਟੀਕੁਲਰ, ਆਹ ਵਾਲਾ ਜਿਹੜਾ ਮਾਡਲ ਹੈ ਲੈਣਾ ਹੀ ਲੈਣਾ ਹੈ, ਪਰ ਜਿਹੜਾ ਬੰਦਾ ਮਿਹਨਤ ਕਰਦਾ ਬੰਦਾ ਕਹਿੰਦਾ ਕੋਈ ਗੱਲ ਨਹੀਂ, ਗੱਡੀ ਸਾਰੇ ਫੀਚਰ ਵਾਲੀ ਹੋਵੇ ਪਰ 50,000 ਸਸਤੀ ਵੀ ਹੋਵੇ, ਮੈਂ ਕਹਿੰਦਾ ਖੁਸ਼ ਰਹਿੰਦਾ ਜੀ। ਮੇਰੇ ਵਰਗਾ ਬੰਦਾ ਕਹਿੰਦਾ ਸੈਟਿਸਫਾਈਡ। ਪਰ ਜਿਹੜੇ ਸ਼ੌਂਕ ਨੇ ਉਹਦੀ ਕੋਈ ਕੀਮਤ ਨਹੀਂ ਹੈ। ਸੋ ਉਹਦੇ ਲਈ ਹੋਰ ਤੁਸੀਂ ਮਿਹਨਤ ਕਰੋ, ਮਿਹਨਤ ਕਰੋਗੇ ਤੇ ਆਪਣੇ ਮੁਕਾਮ ਤੱਕ ਤੁਸੀਂ ਪਹੁੰਚੋਗੇ। ਬਿਲਕੁਲ ਜੀ। ਜੇ ਉਸ ਸ਼ੌਂਕ ਤੱਕ ਨਹੀਂ ਪਹੁੰਚਦੇ ਤਾਂ ਘੱਟੋ ਘੱਟ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹ ਸੁਖੀ ਜ਼ਰੂਰ ਰਹੇਗੀ ਜੀ। ਬਿਲਕੁਲ। ਤੁਸੀਂ BC ਦੇ ਵੈਦਰ ਦੀ ਗੱਲ ਕੀਤੀ ਭਾਜੀ, ਸੋ ਪਹਿਲੀ ਖਬਰ BC ਤੋਂ ਹੀ ਆ ਰਹੀ ਹੈ। ਬਿਲਕੁਲ, ਜਿੱਥੇ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਸਟ੍ਰਾਈਕ ਦੀ, ਤੇ ਐਲਬਰਟਾ ਦੇ ਜਿਹੜੇ ਆਨਰੇਬਲ ਪ੍ਰੀਮੀਅਰ ਨੇ ਡੈਨੀਅਲ ਸਮਿਥ ਜੀ, ਉਹਨਾਂ ਨੇ ਕੀ ਕਿਹਾ ਜੀ ਇਹਦੇ ਬਾਰੇ, ਸਟ੍ਰਾਈਕਾਂ ਬਾਰੇ? ਦੇਖੋ ਜਿਹੜੀ ਸਪੋਰਟ ਤੇ ਸਟ੍ਰਾਈਕ ਹੋਈ ਵੀ ਹੈ ਨਾ, ਉਹ ਆਪਾਂ ਕੱਲ ਦੇ ਪ੍ਰੋਗਰਾਮ 'ਚ ਵੀ ਗੱਲ ਕਰੀ ਸੀ ਵੀ ਉਸ ਸਟ੍ਰਾਈਕ ਦੇ ਨਾਲ ਜੀ ਬਹੁਤ
ਇਫੈਕਟ ਪੈਣਾ। ਹਾਂਜੀ, ਬਿਕੋਜ਼ ਹਰੇਕ ਚੀਜ਼ ਆ ਜਿਹੜੀ ਇੰਪੋਰਟ ਐਕਸਪੋਰਟ ਹੁੰਦੀ ਆ, ਜਾਣੀ ਵੀ ਉੱਥੋਂ ਆ ਜੀ ਤੇ ਆਉਣੀ ਵੀ ਉੱਥੋਂ ਆ, ਜੀ ਜਿਹੜਾ ਕੋਈ ਬਾਹਰਲੇ ਕਿਸੇ ਦੇਸ਼ਾਂ 'ਚੋਂ ਸਮਾਨ ਆਉਂਦਾ ਜੀ। ਹੁਣ ਉਹਦੇ ਨਾਲ ਕੱਲਾ ਉੱਥੇ ਹੀ ਨਹੀਂ, BC ਕੱਲਾ ਨਹੀਂ ਇਫੈਕਟ ਹੁੰਦਾ ਜੀ, ਅਲਬਰਟਾ ਤੇ ਬਾਕੀ ਕੈਨੇਡਾ ਵੀ ਇਫੈਕਟ ਹੁੰਦਾ ਉਹਦੇ ਨਾਲ। ਐਬਸੋਲੂਟਲੀ। ਜਿਹੜੀ ਡੈਨੀਅਲ ਸਮਿਥ ਆ, ਇਹਨਾਂ ਦਾ ਕਹਿਣਾ ਇਹ ਆ ਵੀ ਜਿੰਨੀ ਛੇਤੀ ਤੋਂ ਛੇਤੀ ਜਿਹੜੀ ਸਟ੍ਰਾਈਕ ਦਾ ਇੱਕ ਪਾਸੇ ਫੈਸਲਾ ਹੋ ਜੇ, ਜਿਹੜੇ ਕੰਮ ਕਰਨ ਵਾਲੇ ਆ ਉਹ ਕੰਮ ਤੇ ਜਾਣ, ਜਿਹੜਾ ਸਮਾਨ ਆ ਉਹ ਆਉਂਦਾ ਜਾਂਦਾ ਰਵੇ, ਤੇ ਜੇ ਨਹੀਂ ਹੁੰਦਾ ਤਾਂ ਉਹਦੇ ਨਾਲ ਅਲਬਰਟਾ ਨੂੰ ਵੀ ਬਹੁਤ ਇਕਨੋਮਿਕਲੀ ਇਫੈਕਟ ਹੋਣਾ ਜੀ। ਦੇਖੋ ਆਪਾਂ ਕਿੰਨੇ ਪ੍ਰੋਗਰਾਮਾਂ ਦੇ ਵਿੱਚ ਪ੍ਰਾਈਸਾਂ ਦੀ ਗੱਲ ਕਰਦੇ ਰਹਿੰਦੇ ਆ ਵੀ ਪ੍ਰਾਈਸਾਂ ਵੱਧ ਗਈਆਂ, ਇਹਦੇ ਨਾਲ ਹੁਣ ਹੋਰ ਵੱਧ ਜਾਣੀਆਂ ਜੀ। ਆਮ ਬੰਦੇ ਦੀ ਪਾਕਟ ਤੇ ਇਫੈਕਟ ਕਰਨਾ ਹੈ ਸਟ੍ਰਾਈਕ ਨੇ। ਔਰ ਜਿਹੜੀ ਚੀਜ਼ ਤੁਸੀਂ ਹੁਣ ਡਾਲਰ ਦੀ ਲੈ ਰਹੇ ਹੋ ਉਹ ਘੱਟੋ ਘੱਟ ਤੁਹਾਨੂੰ $3 ਦੀ ਪਹੁੰਚ ਸਕਦੀ ਹੈ ਜੀ। ਇਦਾਂ ਇਦੋਂ ਵੀ ਜ਼ਿਆਦਾ ਹੋ ਜਾਣੀ ਜੀ ਹੁਣ ਕੀਤਾ ਜਾ ਰਿਹਾ ਜੀ। ਔਨ ਐਨ ਐਵਰੇਜ ਜੇ ਆਪਾਂ ਗੱਲ ਕਰੀਏ 3 ਗੁਣਾ ਹੋ ਸਕਦੀ ਹੈ। ਤੇ ਐਲਬਰਟਾ ਦੇ ਜਦੋਂ 2021 ਦੇ ਜਿਹੜੇ ਮਿਨਿਸਟਰ ਸੀਗੇ, 21 ਦੇ ਵਿੱਚ ਜਿਹੜੇ ਮਿਨਿਸਟਰ ਸੀਗੇ ਐਗਰੀਕਲਚਰ ਐਂਡ ਫੋਰੈਸਟਰੀ, ਡੇਵਿਨ ਦ੍ਰੀਸ਼ਨ, ਉਹਨਾਂ ਨੇ ਕਿਹਾ ਜੀ ਕਿ ਐਲਬਰਟਾ, ਸਸਕੈਚੁਅਨ ਔਰ ਮੈਨੀਟੋਬਾ ਜਿਹੜੇ ਨੇ ਉਹ ਐਨੂਅਲੀ ਯਾਨੀ ਕਿ ਹਰ ਸਾਲ $78 ਬਿਲੀਅਨ ਦੇ ਜਿਹੜੇ ਨੇ ਐਕਸਪੋਰਟਸ ਉਹ ਕਰਦੇ ਨੇ। ਕੱਲਾ ਵੈਨਕੂਵਰ ਦੇ ਪੋਰਟ ਤੋਂ, ਜੋ ਕਿ ਕੈਨੇਡਾ ਦਾ ਸਭ ਤੋਂ ਜ਼ਿਆਦਾ ਬਿਜ਼ੀਐਸਟ ਹੈ। ਸੋ ਇਸ ਦੇ ਨਾਲ ਜਿਵੇਂ ਭਾਜੀ ਉਹਨਾਂ ਨੇ ਕਿਹਾ ਕਿ ਐਵਰੀ ਐਸੈਂਸ਼ੀਅਲ ਚੀਜ਼ ਜਿਹੜੀ ਹੈ ਜੋ ਸਾਡੇ ਤੱਕ ਸਪੈਸ਼ਲੀ ਐਲਬਰਟਾ ਦੇ ਵਿੱਚ ਜਾਂ ਸਸਕੈਚੁਅਨ ਜਾਂ ਮੈਨੀਟੋਬਾ ਦੇ ਵਿੱਚ ਪਹੁੰਚਦੀ ਹੈ, ਉਹ ਉਸੇ ਪੋਰਟ ਤੋਂ, ਉਹਨਾਂ ਪੋਰਟਾਂ ਤੋਂ ਹੀ। ਦੇਖੋ ਤੁਸੀਂ ਸਟੋਰ ਚਲੇ ਜਾਓ ਜੀ, ਜਿਹੜੀ ਚੀਜ਼ ਨੂੰ ਹੱਥ ਲਾ ਲਓ ਜੀ, ਮੇਡ ਇਨ ਚਾਈਨਾ, ਮੇਡ ਇਨ ਬੰਗਲਾਦੇਸ਼, ਮੇਡ ਇਨ ਇੰਡੀਆ ਜੀ। ਲੋਕ ਵੀ ਦੇਖੋ ਮੇਡ ਇਨ ਇੰਡੀਆ ਆਈ ਜਾਂਦੇ ਨੇ ਉੱਥੇ। ਚਲੋ ਉਹ ਤਾਂ ਪੋਰਟ ਨਾਲ ਇਫੈਕਟ ਨਹੀਂ ਹੋਣੇ, ਪੋਰਟ ਤੋਂ ਵੀ ਆਉਣ ਨੂੰ ਤਿਆਰ ਨੇ। ਤੁਸੀਂ ਇੱਕ ਵਾਰ ਪ੍ਰੋਗਰਾਮ ਤਾਂ ਕਰੋ, ਉੱਥੇ ਜਾ ਕੇ ਤੁਸੀਂ ਕਹੋ ਤੁਸੀਂ ਵਾਇਆ ਪੋਰਟ ਤੁਹਾਨੂੰ ਐਂਟਰੀ ਕਰਾਉਂਦੇ ਆ, ਉਹ ਵੀ ਹੁੰਦਾ, ਉਹ ਵੀ ਹੁੰਦਾ, ਉਹਦੇ 'ਚ ਫੜੇ ਵੀ ਜਾਂਦੇ ਆ। ਸੋ ਅਸੀਂ ਜੋਕ ਦੇ ਵਿੱਚ ਜ਼ਰੂਰ ਇਹਨੂੰ ਫਨੀ ਲੈ ਲੈਂਦੇ ਆ, ਪਰ ਜ਼ਰੂਰ ਬਿਲਕੁਲ ਵੀ ਤੁਸੀਂ ਟਰਾਈ ਨਾ ਕਰਿਓ ਜੇ ਤੁਸੀਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇਸ ਨੂੰ ਦੇਖ ਰਹੇ ਹੋ ਪ੍ਰੋਗਰਾਮ ਨੂੰ। ਆ ਜਿਹੜਾ ਸਮਾਨ ਦੇ ਵਿੱਚ ਪੈਕ ਹੋ ਕੇ ਆਉਣ ਦੀ ਤੇ ਕੋਸ਼ਿਸ਼ ਨਾ ਕਰਿਓ। ਬਹੁਤ ਲੋਕ ਪਿੱਛੇ ਅਫਰੀਕਾ ਤੋਂ ਵੀ ਫੜੇ ਗਏ ਸੀ ਜੀ, ਜੋ ਅਮਰੀਕਾ ਵੀ ਔਰ ਇੱਥੇ ਕੈਨੇਡਾ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਬਹੁਤ ਲੋਕ ਮਰਦੇ ਨੇ ਜੀ। ਇਹਦੇ ਉੱਪਰ ਇੱਕ ਪੂਰੀ ਇੱਕ ਡਾਕੂਮੈਂਟਰੀ, ਕਈਆਂ ਡਾਕੂਮੈਂਟਰੀ ਨੈਟਫਲਿਕਸ ਤੇ ਵੀ ਪਈਆਂ, ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਥਰਡ ਨੇਸ਼ਨਸ ਨੇ ਉੱਥੋਂ ਜਦੋਂ ਲੋਕ ਵੱਡੇ ਮੁਲਕਾਂ ਦੇ ਵਿੱਚ ਕੋਸ਼ਿਸ਼ ਕਰਦੇ ਨੇ ਆਉਣ ਦੀ, ਜਦੋਂ ਵੀਜ਼ਾ ਨਹੀਂ ਲੱਗਦਾ ਸੋ ਪੁੱਠੇ ਤਰੀਕੇ ਦੇ ਨਾਲ ਆਉਂਦੇ ਨੇ। ਸੋ ਇਹ ਅਵੋਇਡ ਕਰਿਓ, ਪਰ ਇਸ ਚੀਜ਼ ਨੂੰ, ਇਸ ਖਬਰ ਨੂੰ ਅਵੋਇਡ ਨਾ ਕਰਿਓ ਕਿ ਜਿਹੜਾ ਪੋਰਟ ਤੇ ਜਿਹੜੀ ਸਟ੍ਰਾਈਕ ਹੈ ਇਹਦੇ ਨਾਲ ਤੁਹਾਡੀ ਪਾਕਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਇਫੈਕਟ ਹੋ ਸਕਦੀ ਹੈ। ਸੋ ਤਿਆਰ ਹੋ ਜਾਓ ਜੀ, ਗਰੋਸਰੀ ਬਿਲਕੁਲ ਭਰ ਲਓ ਪਹਿਲਾਂ ਹੀ, ਜਾਂ ਫਿਰ ਚਲੋ ਸ਼ਾਇਦ ਗਰੋਸਰੀ ਨੂੰ ਬਹੁਤਾ ਇਫੈਕਟ ਨਾ ਹੋਵੇ। ਮੋਸਟਲੀ ਜਿਹੜੀ ਗਰੋਸਰੀ ਹੈ ਨਾ, ਜਿਹੜੇ ਫਰੂਟਸ ਜਾਂ ਹੈਗੇ ਆ ਉਹ ਮੈਕਸੀਕੋ ਜਾਂ US ਤੋਂ ਆਉਂਦੇ ਆ, ਸ਼ਾਇਦ ਉਹਨਾਂ ਦਾ ਇੰਨਾ ਇਫੈਕਟ ਨਾ ਹੋਵੇ। ਪਰ ਜਿਹੜੀਆਂ ਜਿਵੇਂ ਹੁਣ ਤੁਸੀਂ ਸੁੱਕੀਆਂ ਦਾਲਾਂ ਹੋਰ ਐਰਾ ਵਗੈਰਾ, ਜਿਹੜੇ ਆਪਣੀ ਇੰਡੀਅਨ ਗਰੋਸਰੀ ਆ, ਉਹ ਸਾਰੀ ਪੋਰਟ ਦੇ ਥਰੂ ਆਉਂਦੀ। ਤਾਂ ਹੀ ਤਾਂ ਕਹਿ ਰਹੇ ਜੀ, ਇਹ ਦਾਲਾਂ ਹੋ ਗਈਆਂ, ਆਟਾ ਹੋ ਗਿਆ। ਆਟਾ ਚਲੋ ਇੱਥੇ ਵੀ ਬਣਦਾ, ਇਹ ਚੀਜ਼ਾਂ ਇੱਥੇ ਪਰ ਸਾਡੇ ਜਿਹੜੇ ਕੱਲੇ ਸਾਡੇ ਨਹੀਂ, ਬਹੁਤ ਲੋਕ ਆ, ਜਦੋਂ ਲੋਕਾਂ ਨੂੰ ਇਹ ਪਤਾ ਲੱਗ ਜਾਂਦਾ ਨਾ ਵੀ ਇਉਂ ਹੋ ਗਿਆ, ਫਿਰ ਉਹ ਸਟੋਰ ਭੱਜ ਕੇ ਜਾ ਕੇ ਜਿੰਨਾ ਵੱਧ ਤੋਂ ਵੱਧ ਸਮਾਨ ਚੱਕ ਕੇ ਲਿਆ ਸਕਦੇ ਲੈ ਆਉਂਦੇ ਆ। ਹਾਂਜੀ, ਤੇ ਘਰੇ ਸਟੋਰ ਕਰ ਲੈਂਦੇ ਆ, ਉਹ ਹੋਰ ਸ਼ਾਰਟੇਜ ਹੋ ਜਾਂਦੀ ਆ ਉੱਥੇ। ਬਿਲਕੁਲ ਜੀ, ਕੋਵਿਡ ਦੇ ਵਿੱਚ ਅਸੀਂ ਦੇਖਿਆ ਹੀ ਕੀ ਕੁਝ ਹੋਇਆ। ਸੋ ਜੋ ਵੀ ਕਰਨਾ ਆਰਾਮ ਨਾਲ ਸੋਚ ਸਮਝ ਕੇ ਕਰੋ ਜੀ। ਪਰ ਇਹ ਜਿਹੜੇ ਸਾਡੇ ਪ੍ਰੀਮੀਅਰ ਨੇ, ਸਾਡੇ ਜਿਹੜੇ ਐਲਬਰਟਾ ਦੇ ਸੂਬੇ ਦੇ ਚੀਫ ਮਿਨਿਸਟਰ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹਨਾਂ ਦਾ ਇਹ ਕਹਿਣਾ ਹੈ ਕਿ ਛੇਤੀ ਤੋਂ ਛੇਤੀ ਇਹ ਤੇ ਐਕਸ਼ਨ ਲਿਆ ਜਾਵੇ, ਸੋ ਦੈਟ ਲੋਕਾਂ ਦੀ ਜੇਬ ਦੇ ਉੱਪਰ ਇਫੈਕਟ ਨਹੀਂ ਹੋਊਗਾ ਔਰ ਥੋੜੀ ਜਿਹੀ ਡਿਸਟਰਬੈਂਸ ਘੱਟ ਹੋਊਗੀ ਜੀ। ਬਿਲਕੁਲ। ਤੇ ਸਾਡੇ ਜਿਹੜੇ ਪ੍ਰੀਮੀਅਰ ਨੇ ਜੀ, ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਤੋਂ ਬਿਲੋਂਗ ਕਰਦੇ ਨੇ, ਪਰ ਜਿਹੜਾ ਫੈਡਰਲ ਲੈਵਲ ਤੇ ਕੰਜ਼ਰਵੇਟਿਵ ਪਾਰਟੀ ਆ, ਉਹ ਕਹਿੰਦੇ ਨੇ ਉਹ ਲਿਬਰਲ ਨੂੰ ਪਿੱਛੇ ਕਰੀ ਜਾਂਦੇ ਨੇ ਜੀ। ਪੋਲ ਦੇ ਵਿੱਚ ਕੋਈ ਪੋਲ ਕਰਵਾਇਆ ਗਿਆ ਇਦਾਂ ਦਾ ਕੁਝ? ਦੇਖੋ ਰੀਸੈਂਟ ਜਿਹੜੀ ਹੈ ਨਾ ਹੁਣ, ਹਾਂਜੀ, ਇਸ ਵੇਲੇ ਹਾਂਜੀ, ਜੇ ਇਲੈਕਸ਼ਨ ਹੋਵੇ ਜੀ ਤਾਂ ਚਾਂਸ ਹੈਗੇ ਆ ਵੀ ਜਿਹੜੀ ਕੰਜ਼ਰਵੇਟਿਵ ਗਵਰਨਮੈਂਟ ਹੈ ਨਾ ਜੀ, ਆਈ ਮੀਨ ਕੰਜ਼ਰਵੇਟਿਵ ਪਾਰਟੀ ਹੈ ਜੀ, ਉਹ ਗਵਰਨਮੈਂਟ ਬਣਾ ਸਕਦੀ ਹੈ। ਇਹ ਲਿਬਰਲ ਤੇ ਕੰਜ਼ਰਵੇਟਿਵ ਹੈ ਜਿਹੜੇ, ਇਹ ਦੋਨੇ ਡੈਡ ਔਨ
ਸਪੋਰਟ, ਜਿਹੜੀ ਲੋਕਾਂ ਦੀ ਸਪੋਰਟ ਆ, ਜਦੋਂ ਜਿਹੜੀ ਪੋਲਿੰਗ ਕੰਪਨੀਆਂ ਉਹ ਕੁਝ 150 2000 ਲੋਕਾਂ ਨੂੰ ਫੋਨ ਕਰਦੇ ਆ ਜੀ, ਉਹਦੇ ਤੋਂ ਫਿਰ ਇਹ ਇਨਫੋਰਮੇਸ਼ਨ ਆ ਜਿਹੜੀ ਆਉਂਦੀ ਆ। ਅੱਛਾ ਜੀ, ਇਹ ਕੋਈ ਜ਼ਰੂਰੀ ਨਹੀਂ ਵੀ ਸਹੀ ਹੋਵੇ, ਮੋਸਟਲੀ ਸਹੀ ਵੀ ਹੋ ਸਕਦੀ ਹੈ ਤੇ ਗਲਤ ਵੀ ਹੋ ਸਕਦੀ ਹੈ। ਜੀ ਪਹਿਲੀ ਵਾਰ ਕਹਿੰਦੇ, ਪਹਿਲੀ ਵਾਰੀ ਬਹੁਤ ਸਾਲਾਂ ਤੋਂ ਬਾਅਦ, ਬਹੁਤ ਸਾਲਾਂ ਤੋਂ ਬਾਅਦ ਇਹ ਹੋਇਆ, ਸਟੀਵਨ ਹਾਰਪਰ ਤੋਂ ਬਾਅਦ। ਸਟੀਵਨ ਹਾਰਪਰ ਲਾਸਟ ਕੰਜ਼ਰਵੇਟਿਵ ਪਾਰਟੀ ਦੇ ਪ੍ਰਾਈਮ ਮਿਨਿਸਟਰ ਸੀਗੇ। ਇਹ ਜਿਹੜੇ ਕੰਜ਼ਰਵੇਟਿਵ ਲੀਡਰ ਨੇ ਜੀ, ਹਾਂ, ਪੀਅਰ ਪੋਲੀਵਰ ਸਾਹਿਬ, ਹਾਂ, ਉਹ ਅੱਜ ਕੱਲ ਕਾਫੀ ਵੈਸੇ ਸੁਰਖੀਆਂ ਦੇ ਵਿੱਚ, ਔਰ ਜਿਹੜਾ ਉਹਨਾਂ ਦਾ ਕੈਂਪੇਨ ਆ ਉਹ ਚੱਲ ਰਿਹਾ, ਕੈਂਪੇਨ ਹੀ ਅਸੀਂ ਕਹਿ ਸਕਦੇ। ਦੇਖੋ ਜਿਹੜੀ ਇਹ ਆਲਰੇਡੀ ਸਟਾਰਟ ਹੋ ਚੁੱਕਿਆ, ਜਿਹੜੀ ਇਹ ਪੋਲਿੰਗ ਹੈ ਨਾ, ਇਹ ਪੋਲਿੰਗ ਹੁੰਦੀ ਹੋਈ ਉਦੋਂ ਹੈ ਜਦੋਂ ਹੁਣ ਇਹਨਾਂ ਨੇ ਕੈਂਪੇਨਿੰਗ ਸ਼ੁਰੂ ਕਰ ਲਈ ਜੀ, ਅਗਲੀ ਇਲੈਕਸ਼ਨ ਵੀ ਆਉਣ ਵਾਲੀ ਹੈ ਜੀ, ਫੈਡਰਲ ਦੀ ਜੀ। ਸੋ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਐਕਚੁਅਲੀ ਅੱਜ ਨਹੀਂ, ਅਸੀਂ ਜੇ ਜੂਨ 23 ਦੀ ਗੱਲ ਕਰਦੇ ਹਾਂ, ਉਦੋਂ ਜਿਹੜੀ ਲਾਸਟ ਪੋਲ ਹੋਈ ਸੀ, ਹਾਂਜੀ, ਉਦੋਂ ਜਿਹੜੀ ਕੰਜ਼ਰਵੇਟਿਵ ਪਾਰਟੀ ਸੀ ਜੀ, ਉਹਦੀ ਰੇਟਿੰਗ ਹੈਗੀ ਹੈ 35 ਪੁਆਇੰਟ। ਅੱਛਾ ਜੀ। ਤੇ ਜਿਹੜੀ ਲਿਬਰਲ ਆ ਉਹ 29 ਤੇ ਆ। ਅੱਛਾ ਜੀ, ਅੱਛਾ। ਤੇ ਐਨਡੀਪੀ 20 ਤੇ ਆ। ਮੈਂ ਐਨਡੀਪੀ ਤੇ ਆ ਰਿਹਾ ਸੀ ਕਿ ਸਾਡੇ ਸਿੰਘ ਸਾਹਿਬ ਜਿਹੜੇ ਨੇ, ਸਿੰਘ ਸਾਹਿਬ 20 ਤੇ ਆ। 20 ਤੇ ਨੇ ਜੀ, ਹਾਂ, ਠੀਕ ਹੈ ਜੀ। ਪਰ 20 ਤੇ ਵੀ ਬਹੁਤ ਹੋਲਡ ਕਰਿਆ ਹੋਇਆ। ਉਹ ਮੈਨੂੰ ਲੱਗਦਾ ਫਿਰ ਉਹ ਜਿਹੜੀ 20 ਜਿਹੜੇ ਪੁਆਇੰਟਸ ਨੇ ਉਹ ਵੀ ਕਿਤੇ ਨਾ ਕਿਤੇ ਲਿਬਰਲਸ ਨੂੰ ਮਿਲ ਸਕਦੇ ਨੇ, ਤਾਂ ਕਰਕੇ ਸ਼ਾਇਦ ਇਹ ਕਾਫੀ ਇਫੈਕਟ ਨਹੀਂ, ਉਹ ਕੋਈ ਜ਼ਰੂਰੀ ਨਹੀਂ ਜੀ ਵੀ ਮਿਲ ਸਕਦੇ ਆ। ਉਹ ਜਿਹੜੀ ਜਦੋਂ ਲਾਸਟ ਇਲੈਕਸ਼ਨ ਹੋਈ ਹੈ ਨਾ, ਜਦੋਂ ਮਿਨੋਰਟੀ ਗਵਰਨਮੈਂਟ ਹੁੰਦੀ ਆ, ਉਦੋਂ ਫਿਰ ਇਹਨਾਂ ਨੇ ਐਨਡੀਪੀ ਤੇ ਲਿਬਰਲ ਨੇ ਮਿਲ ਕੇ, ਉਹ ਮੈਂ ਕਹਿ ਰਿਹਾ ਕਿ ਹੋ ਸਕਦਾ ਕਿ ਅਗਲੀ ਵਾਰ ਐਨਡੀਪੀ ਤੋਂ ਸਪੋਰਟ ਲੈ ਕੇ ਲਿਬਰਲ ਨੇ ਗਵਰਨਮੈਂਟ ਬਣਾ ਲਈ। ਜੀ ਜੀ ਜੀ। ਸੋ ਯੂ ਨੈਵਰ ਨੋ ਕਿ ਇਸ ਵਾਰ ਵੀ ਇਦਾਂ ਹੋ ਜਾਏ। ਪਰ ਕੰਜ਼ਰਵੇਟਿਵ ਜਿਹੜੇ ਨੇ ਉਹ ਲੱਗੇ ਹੋਏ ਨੇ ਜੀ, ਪੋਲੀਵਰ ਸਾਹਿਬ ਜਿਹੜੇ ਨੇ ਉਹ ਬਹੁਤ ਐਕਟਿਵਲੀ ਇਨਫਲੇਸ਼ਨ ਦੀ ਗੱਲ ਕਰ ਰਹੇ ਨੇ, ਘਰਾਂ ਦੀ ਕੀਮਤਾਂ ਬਾਰੇ, ਹਰ ਚੀਜ਼ ਬਾਰੇ ਜਿਹੜੀ ਉਹ ਵੱਧ ਚੜ ਕੇ ਗੱਲਬਾਤ ਕਰ ਰਹੇ ਨੇ। ਕੈਂਪੇਨਿੰਗ ਦੇ ਵਿੱਚ ਉਹ ਬਹੁਤ ਐਕਟਿਵਲੀ ਨਜ਼ਰ ਆ ਰਹੇ ਨੇ, ਸਵਾਲ ਪੁੱਛਦੇ ਨੇ ਜੀ, ਹਰ ਪ੍ਰੈਸ ਦੇ ਵਿੱਚ ਪਹੁੰਚਦੇ ਨੇ ਜਾਂ ਮੀਡੀਆ ਵਾਲੇ ਨਾਲ। ਹੀ ਇਜ਼ ਨਾਟ ਸ਼ਾਈ ਟੂ ਟਾਕ ਅਬਾਊਟ ਥਿੰਗਸ, ਜੋ ਕਿ ਇੱਕ ਲੀਡਰ ਦੀ ਮੈਨੂੰ ਲੱਗਦਾ ਇੱਕ ਵੱਡੀ ਗੱਲ ਹੈ ਜੀ। ਦੇਖੋ ਬਹੁਤ ਵੱਡੀ ਹੈ ਪਛਾਣ, ਬਹੁਤ। ਜਦੋਂ ਦੇਖੋ ਜਿਹੜਾ ਲੀਡਰ ਹੈ ਨਾ, ਹਾਂਜੀ, ਜੇ ਲੀਡਰ ਮੀਡੀਆ ਦੇ ਸਵਾਲ ਜਵਾਬ ਹੀ ਨਹੀਂ ਕਰੂਗਾ ਤੇ ਉਹ ਫਿਰ ਲੀਡਰ ਕਾਹਦਾ ਹੋਇਆ ਜੀ? ਉਹ ਤਾਂ ਕਰਨਾ ਹੀ ਪੈਣਾ ਜੀ। ਪਰ ਕਈ ਲੀਡਰ ਹੁੰਦੇ ਆ ਜਿਹੜੇ ਥੋੜਾ ਲੋ ਕੀ ਰਹਿੰਦੇ ਆ ਜੀ, ਤੇ ਜਿਹੜੀ ਗੱਲ ਤੁਸੀਂ ਕਰੀ ਆ ਕੰਜ਼ਰਵੇਟਿਵ ਦੇ ਲੀਡਰ ਦੀ, ਉਹ ਤਾਂ ਬਹੁਤ ਵਧੀਆ। ਆਈ ਮੀਨ ਜੇ ਲਿਬਰਲ ਨੂੰ ਟੱਕਰ ਦੇਣੀ ਆ ਤਾਂ ਕਰਨਾ ਪੈਣਾ। ਐਂਡ ਹੀ ਪਤਾ ਹੁੰਦਾ ਕੀ ਹੈ ਭਾਜੀ, ਕਈ ਵਾਰ ਲੋਕੀ ਤਾਂ ਮੀਡੀਆ ਨੂੰ ਅਵੋਇਡ ਕਰਦੇ ਨੇ ਕਿ ਸੋਚਦੇ ਨੇ ਪਤਾ ਨਹੀਂ ਕੀ ਸਵਾਲ ਪੁੱਛ ਲੈਣ ਤੇ ਮੈਂ ਕੀ ਜਵਾਬ ਦਊਂਗਾ ਜੀ। ਹੁਣ ਜੇ ਗੱਲ ਕਰੀਏ ਐਨਡੀਪੀ ਦੀ, ਮੈਂ ਅੱਗੇ ਵੀ ਇੱਕ ਪ੍ਰੋਗਰਾਮ 'ਚ ਆਪਾਂ ਗੱਲ ਕਰੀ ਸੀ ਵੀ ਜੈਕ ਲੇਟਨ ਜਿਹੜਾ ਸੀ ਨਾ ਲੀਡਰ ਐਨਡੀਪੀ ਦਾ, ਉਹ ਬਹੁਤ ਸਟਰੋਂਗ ਸੀਗਾ। ਜੇ ਫਸਟ ਟਾਈਮ ਉਦੋਂ ਜੈਕ ਲੇਟਨ ਦੇ ਥੱਲੇ ਜਿਹੜੀ ਆਪੋਜੀਸ਼ਨ ਸੀਗੀ ਉਹ ਹੋਈ ਸੀਗੀ ਜਦੋਂ ਲਿਬਰਲ ਨੇ ਗਵਰਨਮੈਂਟ ਬਣਾਈ ਹੈ ਜੀ। ਕੰਜ਼ਰਵੇਟਿਵ ਪਾਰਟੀ ਬਹੁਤ ਥੱਲੇ ਚਲੀ ਗਈ ਸੀ ਜੀ, ਪਰ ਉਹ ਲੇਟਨ ਸਾਹਿਬ ਕਿਸੇ ਰੀਜ਼ਨ ਕੈਂਸਰ ਕਰਕੇ ਤੇ ਉਹਨਾਂ ਦੀ ਡੈਥ ਹੋ ਗਈ। ਤੇ ਉਦੋਂ ਬਾਅਦ ਉਹ, ਜੇ ਕਿਤੇ ਉਹ ਡੈਥ ਨਾ ਹੁੰਦੀ ਤਾਂ ਸ਼ਾਇਦ ਐਨਡੀਪੀ ਦੀ ਗਵਰਨਮੈਂਟ ਹੁੰਦੀ ਸਕੋਰ ਥੋੜਾ ਅਗਲੀ ਵਾਰੀ। ਜੀ ਜੀ ਜੀ। ਹੁਣ ਉਦੋਂ ਤੋਂ ਲੈ ਕੇ ਜਿੰਨੇ ਵੀ ਐਨਡੀਪੀ ਦੇ ਲੀਡਰ ਆਏ ਆ, ਇਨਕਲੂਡਿੰਗ ਆਪਣੇ ਸਿੰਘ ਸਾਹਿਬ, ਉਸ ਜਗ੍ਹਾ ਉਹ ਰੇਟਿੰਗ ਕਰ ਨਹੀਂ ਸਕੇ, ਮੈਚ ਨਹੀਂ ਕਰ ਸਕੇ। ਸਿੰਘ ਸਾਹਿਬ ਨੇ ਜਿਹੜੀ ਉਹਨਾਂ ਦੀ ਹੋਲਡ ਜ਼ਰੂਰ ਕਰਕੇ ਰੱਖੀ ਆ ਉੱਥੇ, ਹਾਂਜੀ, ਪਰ ਉਹਨੂੰ ਵਧਾ ਨਹੀਂ ਸਕੇ। ਤਾਂ ਦੇਖਦੇ ਹਾਂ ਜੀ ਕਿ ਹੁਣ ਇਲੈਕਸ਼ਨ ਦੇ ਵਿੱਚ ਜਿਹੜਾ ਅਗਲਾ ਇਲੈਕਸ਼ਨ, ਵੱਡਾ ਇਲੈਕਸ਼ਨ ਜਿਹਨੂੰ ਆਪਾਂ ਕਹਿੰਦੇ ਆ ਫੈਡਰਲ ਦਾ, ਉਹਦੇ ਵਿੱਚ ਕੀ ਕੁਝ ਹੁੰਦਾ। ਪਰ ਜਿਹੜੇ ਪੋਲਸ ਨੇ ਉਹਨਾਂ ਦੀ ਮੰਨੀਏ ਤੇ ਪੋਲੀਵਰ ਸਾਹਿਬ ਬਹੁਤ ਜ਼ਿਆਦਾ ਲੋਕਾਂ ਨੂੰ ਅਟਰੈਕਟ ਕਰ ਰਹੇ ਨੇ, ਔਰ ਜਿਸ ਹਿਸਾਬ ਨਾਲ ਉਹ ਗੱਲਾਂ ਬਾਤਾਂ ਕਰਦੇ ਨੇ, ਜਿਸ ਹਿਸਾਬ ਨਾਲ ਉਹ ਲੋਕਾਂ ਦੇ ਗੱਲਾਂ ਦਾ ਜਵਾਬ ਦਿੰਦੇ ਨੇ, ਭਾਵੇਂ ਟਵੀਟ ਰਾਹੀਂ ਵੀ, ਭਾਵੇਂ ਕਿਸੇ ਵੀ ਕਿਸੇ ਵੀ ਮੀਨਸ ਦੇ ਨਾਲ, ਤੇ ਮੈਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਇਸ ਵਾਰ ਥੋੜੀ ਜਿਹੀ ਐਜ ਜਿਹੜੀ ਹੈ, ਜਾਂ ਫਿਰ ਕਹਿ ਲਓ ਕਿ ਕੰਪੀਟੀਸ਼ਨ ਜਿਹੜਾ ਹੈ ਉਹ ਚੰਗਾ, ਆਪੋਜੀਸ਼ਨ ਦਾ ਜਿਹੜਾ ਪ੍ਰੈਸ਼ਰ ਹੈ, ਜਾਂ ਕੋਈ ਵੀ ਚੀਜ਼ ਆਪਾਂ ਕਹਿ ਲਓ, ਤੇ ਇਸ ਵਾਰ ਸ਼ਾਇਦ ਫੇਰ ਬਦਲ ਹੋ ਵੀ ਸਕਦਾ ਹੈ ਜੀ। ਔਰ ਮਿਹਨਤ ਕਰੀ ਜਾਂਦੇ ਨੇ, ਔਰ ਜਿਵੇਂ ਰਾਏ ਸਾਹਿਬ ਨੇ ਅੱਜ ਕਿਹਾ ਕਿ ਮਿਹਨਤ ਕਰਨ ਵਾਲਾ ਜਿਹੜਾ ਬੰਦਾ ਹੈ, ਬਿਲਕੁਲ ਥਾਟ ਆਫ ਦਾ ਡੇ, ਮੈਨੂੰ ਲੱਗਦਾ ਪੋਲੀਵਰ ਸਾਹਿਬ ਨੂੰ ਸੁਣ ਲਿਆ ਐਗਜ਼ੈਕਟਲੀ, ਤੇ ਮਿਹਨਤ ਕਰੀ ਜਾਂਦੇ ਨੇ। ਤਾਂ ਦੇਖਦੇ ਆ। ਤੇ ਔਨ ਦੀ ਅਦਰ ਹੈਂਡ ਜੇ ਕਹਿ ਲਈਏ ਕਿ ਟਰੂਡੋ ਸਾਹਿਬ ਵੀ ਲੱਗੇ ਹੋਏ ਨੇ ਜੀ ਕਈ ਪਾਲਿਸੀਜ਼ ਤੇ ਗੱਲਬਾਤ ਕਰਨ, ਪਰ ਲੋਕ ਨਾਰਾਜ਼ ਨੇ ਜੀ ਉਹਨਾਂ ਤੋਂ,
ਕਈ ਜਿਹੜੇ ਜਿਵੇਂ ਪੋਲਸ ਦੀ ਆਪਾਂ ਮੰਨੀਏ, ਕਈ ਜਿਹੜੇ ਲੋਕ ਨੇ, ਅਸੀਂ ਨਹੀਂ ਕਹਿ ਰਹੇ, ਜਿਹੜੇ ਪੋਲਸ ਨੇ ਉਹਨਾਂ ਦੇ ਹਿਸਾਬ ਨਾਲ ਕਿ ਉਹ ਜਿਹੜੀ ਨਾਰਾਜ਼ਗੀ ਹੈ ਉਹਦੇ ਕਾਰਨ ਸ਼ਾਇਦ ਇਹ ਜਿਹੜਾ ਨੰਬਰ ਉੱਥੇ ਲੈ ਡਿੱਗ ਗਿਆ ਜੀ। ਬਿਲਕੁਲ, ਪਰ ਹਲੇ ਬਹੁਤ ਟਾਈਮ ਹੈ। ਦੇਖੋ ਅਗਲੀ ਇਲੈਕਸ਼ਨ ਜਿਹੜੀ ਹੋਣੀ ਆ ਉਹ 20 ਅਕਤੂਬਰ 2025 ਚ ਹੋਣੀ ਹੈ, ਅਗਲੇ ਸਾਲ ਜਾ ਕੇ। ਹਾਂਜੀ ਰਾਈਟ, 45ਵੀਂ ਇਲੈਕਸ਼ਨ ਆ ਉਹ ਕੈਨੇਡਾ ਦੀ ਜੀ। ਤੇ ਉਦੋਂ ਤੱਕ ਕੀ ਹੋਣਾ ਜੀ 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 ਉਹ ਆਪਾਂ ਨੂੰ ਹਲੇ ਪਤਾ ਨਹੀਂ। ਜੀ 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 ਬਿਲਕੁਲ ਜੀ, ਬਿਕੋਜ਼ ਇਹ ਪੋਲ ਹੈ ਜਿਹੜੀ ਉੱਪਰ ਥੱਲੇ ਹੁੰਦੀ ਰਹਿੰਦੀ ਹੈ। ਕਈ ਵਾਰ ਜੀ ਪੋਲ ਬਿਲਕੁਲ ਗਲਤ ਵੀ ਸਾਬਤ ਹੋਏ ਨੇ ਔਰ ਕਈ ਵਾਰ ਬਿਲਕੁਲ ਸਹੀ ਵੀ ਸਾਬਤ ਹੁੰਦੇ ਨੇ ਜੀ। ਔਰ ਦੇਖਦੇ ਜੀ ਅਸੀਂ ਸਾਡੇ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਵੀ ਜਿਹੜੇ ਪੋਲਸ ਨੇ ਉਹ ਕਿਤੇ ਨਾ ਕਿਤੇ ਸਹੀ ਵੀ ਸਾਬਤ ਹੋਏ, ਪਰ ਜਿਵੇਂ ਐਡਮਿੰਟਨ ਚ ਸਹੀ ਸਾਬਤ ਹੋਏ ਜੀ, ਪਰ ਓਵਰਆਲ ਜਿਹੜਾ ਹੈ ਉਹ ਰੂਰਲ ਦਾ ਜਿਹੜਾ ਜਦੋਂ ਐਨਡੀਪੀ ਦੀ ਗਵਰਨਮੈਂਟ ਬਣੀ ਨਾ ਅਲਬਰਟਾ ਚ ਜੀ, ਉਦੋਂ ਪੋਲ ਬਹੁਤ ਠੀਕ ਸੀ, ਕਲੀਅਰ ਸੀ। ਅੱਛਾ, ਉਦੋਂ ਕਹਿੰਦੇ ਸੀ ਕਿ ਉਦੋਂ ਪਹਿਲਾਂ ਹੀ ਸੀਗਾ। ਅੱਛਾ, ਪਰ ਐਨਡੀਪੀ ਵਾਲਿਆਂ ਨੂੰ ਸ਼ਾਇਦ ਨਹੀਂ ਲੱਗਦਾ ਸੀ ਉਦੋਂ। ਉਹ ਦੇਖੋ ਕਈ ਵਾਰੀ ਨਾ ਆਪਾਂ ਨੂੰ ਲੱਗਦਾ ਵੀ, ਜਾਂ ਉਹਨਾਂ ਨੂੰ ਵੀ ਇਹ ਲੱਗਦਾ ਸੀ ਵੀ ਵਾਕਿਆ ਹੀ ਇਹ ਸਹੀ ਹੈ, ਹੋ ਜਾਏਗਾ। ਉਹ ਗੱਲ ਉੱਥੇ ਉਦੋਂ ਵੀ ਇਹੀ ਹੁੰਦੀ ਸੀ ਵੀ ਪੋਲ ਤਾਂ ਕਦੇ ਸਹੀ ਨਹੀਂ ਹੁੰਦੇ। ਜਿਹੜੇ ਕੰਜ਼ਰਵੇਟਿਵ ਦੇ ਕੈਂਡੀਡੇਟ ਸੀ ਨਾ, ਉਹ ਇਹੀ ਕਹਿੰਦੇ ਸੀ ਵੀ ਪੋਲਾਂ ਨੂੰ ਨਾ ਜੀ ਸੁਣੋ, ਪੋਲ ਤਾਂ ਕੋਈ ਪਤਾ ਨਹੀਂ ਵੀ ਕੀ ਹੋਣੇ ਆ। ਬਿਲਕੁਲ, ਪਰ ਉਹ ਜਦੋਂ ਰਾਤ ਨੂੰ ਰਿਜ਼ਲਟ ਆਇਆ ਉਹ ਫਿਰ ਤੋਲ ਮੋਲ ਕੇ ਬੋਲ ਹੋ ਗਿਆ ਵਿਦ ਅ ਪੋਲ। ਬਿਲਕੁਲ ਜੀ। ਸੋ ਦੇਖਦੇ ਹਾਂ ਜੀ, ਇਲੈਕਸ਼ਨ ਬਹੁਤ ਇੰਟਰਸਟਿੰਗ ਹੋਣਗੇ ਇਸ ਵਾਰ, ਤੇ ਅਸੀਂ ਤਾਂ ਤੁਹਾਨੂੰ ਅਪਡੇਟ ਪਹੁੰਚਾਈ ਦੇਣੀ ਹੈ, ਤਾਂ ਗੱਲਬਾਤ ਕਰ ਹੀ ਲੈਣੀ ਹੈ। ਤੇ ਭਾਜੀ ਅੱਜ ਆਏ ਹੋਏ ਨੇ ਸਟੂਡੀਓ ਦੇ ਵਿੱਚ, ਉਹੀ ਚਮਕਦੇ ਹੋਏ, ਤੇ ਤੁਸੀਂ ਕਿਤੇ, ਮੈਂ ਕਿਹਾ ਸ਼ਾਇਦ ਅੱਜ ਲਾਸਟ ਦਿਨ ਹੋਵੇ, ਤੁਸੀਂ ਮੈਨੂੰ ਕੱਢ ਦੇਣਾ ਸਟੂਡੀਓ ਤੋਂ, 2-3 ਦਿਨ ਤੁਸੀਂ ਨਾ ਆਏ ਹੋ। ਮੈਂ ਤੁਹਾਨੂੰ ਇਹ ਪੁੱਛਣ ਲੱਗਾ ਸੀ ਕਿ ਕਿਤੇ ਤੁਹਾਡੀ ਫਲਾਈਟ ਤਾਂ ਨਹੀਂ ਹੈ? ਬਸ ਫਲਾਈਟ ਅੱਜ ਆ ਜੀ, ਅੱਜ ਹੈਗੀ ਹੈ। ਚਲੋ ਸ਼ੁਕਰ ਹੈ ਕਿ ਲੌਂਗ ਵੀਕਐਂਡ ਤੇ ਤੁਸੀਂ ਕਿਤੇ ਫਲਾਈਟ ਨਹੀਂ ਫੜੀ, ਕਿਉਂਕਿ ਇੱਕ ਖਬਰ ਆਈ ਹੈ ਜਿੱਥੇ ਪਿਛਲੇ ਜਿਹੜਾ ਜੁਲਾਈ ਦੇ ਜਿਹੜਾ ਲੌਂਗ ਵੀਕਐਂਡ ਹੈ, ਕੈਨੇਡਾ ਡੇ ਵਾਲਾ ਜਿਹੜਾ ਲੰਘਿਆ, ਕੈਨੇਡਾ ਡੇ ਅੱਜ ਤੋਂ ਹੀ ਅਸੀਂ ਆਫੀਸ਼ੀਅਲੀ ਵੈਸੇ ਸ਼ੁਰੂ ਹੋਏ ਆ, ਕਹਿ ਲਓ ਕੱਲ ਤੋਂ ਹੋਏ ਆ ਜੀ। ਤੇ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ 2000 에ਅਰ ਕੈਨੇਡਾ ਦੀ ਕੱਲੀਆਂ ਜਿਹੜੀਆਂ ਫਲਾਈਟਾਂ ਨੇ ਉਹ ਡਿਲੇ ਹੋਈਆਂ, ਕੈਂਸਲ ਹੋਈਆਂ। 2000 ਫਲਾਈਟਾਂ। ਦੇਖੋ ਕਈ ਵਾਰੀ ਨਾ ਜੀ ਛਵੀ ਜੀ, ਆਪਾਂ ਕੱਲੇ ਇਹ ਜਿਹੜੀ ਖਬਰ ਹੈ ਨਾ, ਇਹ ਕੱਲੀ ਹੈਗੀ 에ਅਰ ਕੈਨੇਡਾ ਦੀ ਜੀ, ਜਿਹੜੀ ਲੌਂਗ ਵੀਕਐਂਡ ਦੇ ਵਿੱਚ ਜੀ ਤੁਸੀਂ ਫਰਾਈਡੇ ਲੈ ਲਓ, ਸੈਟਰਡੇ ਲੈ ਲਓ, ਸੰਡੇ ਲੈ ਲਓ ਜੀ, ਤੇ ਮੰਡੇ ਲੈ ਲਓ, ਸ਼ੁੱਕਰ, ਸ਼ਨੀਚਰ, ਐਤ ਤੇ ਸੋਮਵਾਰ ਜੀ, 4 ਦਿਨਾਂ ਚ 2000 ਦੇ ਕਰੀਬ ਹੈ ਜਿਹੜੀਆਂ ਫਲਾਈਟਾਂ ਡਿਲੇ ਹੋਈਆਂ ਤੇ ਕੈਂਸਲ ਹੋਈਆਂ। ਹੁਣ ਦੇਖੋ ਜਿਹੜੇ ਜਿਨ੍ਹਾਂ ਨੇ ਕੋਈ ਪਲਾਨ ਬਣਾਈ ਹੈ, ਕਿਤੇ ਜਾਣਾ ਹੈ, ਕਿਤੇ ਛੁੱਟੀਆਂ ਦੀ ਬੁਕਿੰਗ ਹੈ, ਇੱਥੋਂ ਜਾ ਕੇ ਉਹਨਾਂ ਦੀ ਕਨੈਕਟਿੰਗ ਫਲਾਈਟ ਕਿਤੇ ਹੋਰ ਹੋਣੀ ਹੈ, ਰਾਈਟ, ਜਾਂ ਕੋਈ ਵੀ ਸਿਚੁਏਸ਼ਨ ਹੋ ਸਕਦੀ ਹੈ, ਕੋਈ ਕਿਸੇ ਦੀ ਐਨਵਰਸਰੀ ਮਨਾਉਣੀ ਹੈ, ਕੋਈ ਬਰਥਡੇ ਮਨਾਉਣਾ, ਜਾਂ ਜੋ ਵੀ ਪ੍ਰੋਗਰਾਮ ਹੈ, ਰਾਈਟ, ਉਹ ਦੇਖੋ ਪੈਸੇ ਵੀ ਲਾਏ ਤੇ ਆ ਵੀ ਹੋ ਜਾਂਦਾ। ਅੱਛਾ, ਉਹ ਵੀ 에ਅਰ ਕੈਨੇਡਾ ਜਿਹੜਾ ਟਰਸਟਡ ਬ੍ਰਾਂਡ ਹੈ, ਜਿਹਨੂੰ ਅਸੀਂ ਕਹਿੰਦੇ ਆ ਕਿ ਫਲੇਅਰ ਹੋ ਗਈਆਂ, ਜਿਹੜੀ $34 ਦੀ ਟਿਕਟ ਜਿਹੜੀ ਹੈ, ਉਹਦੇ ਉੱਪਰ ਲੋਕੀ ਘੱਟ ਟਰਸਟ ਕਰਦੇ ਆ, ਕਹਿੰਦੇ ਕਿ ਪਤਾ ਨਹੀਂ ਕਦੋਂ ਕੈਂਸਲ ਹੋ ਜਾਏ, ਕਦੋਂ ਹਨਾ ਇਹਦਾ ਜਵਾਬ ਦੇ ਦੇਣ ਜੀ ਕਿ ਫਲਾਈਟ ਹੈ ਹੀ ਨਹੀਂ ਜੀ, ਅਸੀਂ ਨਹੀਂ ਉਡਾਉਂਦੇ ਫਲਾਈਟ। ਪਰ ਏਦਾਂ ਦੀ ਜਿਹੜੀ 에ਅਰ ਕੈਨੇਡਾ ਸਰਕਾਰੀ ਜਿਹੜੀ ਫਲਾਈਟ ਹੈ, ਉਹੀ ਜੇ ਕੈਂਸਲ, ਉਹ ਵੀ 2000 ਦੇ ਕਰੀਬ। ਨਹੀਂ, ਸਰਕਾਰੀ ਨਹੀਂ ਜੀ, ਉਹ ਪ੍ਰਾਈਵੇਟ ਹੈ ਜੀ। ਹਾਂਜੀ, ਸੋ ਪ੍ਰਾਈਵੇਟ ਜਿਹੜੀ ਫਲਾਈਟ ਹੈ, ਪਰ ਬਹੁਤ ਪੁਰਾਣੀ 에ਅਰਲਾਈਨ ਹੈ ਜੀ, ਕਿਸੇ ਟਾਈਮ ਤੇ ਸਰਕਾਰੀ 에ਅਰਲਾਈਨ ਸੀਗੀ ਇਹ ਜੀ, ਪਰ ਹੁਣ ਬਹੁਤ ਸਾਲਾਂ ਤੋਂ ਪ੍ਰਾਈਵੇਟ ਹੈ। ਪਰ ਦੇਖੋ, ਜਦੋਂ ਮੈਨੂੰ ਕਈ ਵਾਰੀ ਸਮਝ ਨਹੀਂ ਆਉਂਦੀ, ਜਦੋਂ ਤੁਹਾਡਾ ਪਲੇਨ ਆ ਗਿਆ ਜੀ, ਪੈਸੇਂਜਰ ਉੱਥੇ ਬੈਠੇ ਆ ਜੀ, ਤੁਹਾਡਾ ਗਰਾਊਂਡ ਕਰੂ ਸਾਰਾ ਕੁਝ ਰੈਡੀ ਆ ਜੀ, ਚਲੋ ਇੱਕ ਫਲਾਈਟ ਡਿਲੇ ਹੋ ਗਈ, 2 ਹੋ ਗਈ, ਕੋਈ ਨਾ ਕੋਈ ਰੀਜ਼ਨ ਹੋ ਗਿਆ ਜੀ, 2000 ਫਲਾਈਟਾਂ 1965 ਟੂ ਬੀ ਐਗਜ਼ੈਕਟ ਫਲਾਈਟ ਡਿਲੇਜ਼ ਤੇ ਕੈਂਸਲੇਸ਼ਨ ਜਿਹੜੀਆਂ ਨੇ ਉਹ ਹੋਈਆਂ ਜੀ। ਔਰ ਜਿਹੜੇ ਹੋਰ ਕੈਰੀਅਰਸ ਦੀ ਗੱਲ ਕਰ ਰਹੇ ਆ, ਜਿਵੇਂ ਵੈਸਟ ਜੈਟ, 에ਅਰ ਟ੍ਰਾਂਜ਼ਿਟ ਤੇ ਫਲੇਅਰ 에ਅਰਲਾਈਨਸ, ਤੇ ਉਹ ਜਿਹੜੀ ਲੋਅਰ ਆਪਾਂ ਕਹਿ ਲੈਂਦੇ ਆ ਫੇਅਰ ਵਾਲੀਆਂ, ਉਹ ਵੀ ਬਹੁਤ ਜ਼ਿਆਦਾ ਹੋਈਆਂ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਅਗੇਨ ਜਿਹੜਾ ਇੱਕ ਟਰੈਵਲਰ ਸੀ, ਜਿਹਨੇ ਕਿ ਹੌਲੀਡੇ ਦਾ ਸਵਾਦ ਲੈਣਾ ਸੀ, ਜਿਹਨੇ ਸੋਚਿਆ ਸੀ ਕਿ ਚਲੋ ਫੈਮਿਲੀ ਨਾਲ ਹੌਲੀਡੇ ਮਨਾ ਕੇ ਆਉਂਦੇ ਆ, ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸਮਾਂ ਜਿਹੜਾ ਹੈ 에ਅਰਪੋਰਟਾਂ ਤੇ ਵੀ ਮੈਨੂੰ ਲੱਗਦਾ ਹੌਲੀਡੇ ਲੌਂਗ ਵੀਕਐਂਡ ਉੱਥੇ ਬਣ ਗਿਆ ਜੀ। ਪਰੇਸ਼ਾਨੀ ਹੈ ਜੀ, ਬਹੁਤ ਪਰੇਸ਼ਾਨੀ ਹੈ। ਕਈ ਵਾਰੀ
ਕਿਸੇ ਪਰਿਵਾਰ ਦੇ ਛੋਟੇ ਬੱਚੇ ਹੁੰਦੇ ਆ, ਉਹ ਦੇਖੋ ਜੇ 2-3 ਘੰਟੇ ਤੁਸੀਂ ਪਹਿਲਾਂ ਚਲੇ ਗਏ, ਉਸ ਤੋਂ ਬਾਅਦ ਜਦੋਂ ਇਹ ਡਿਲੇ ਹੁੰਦੀ ਹੈ ਜਾਂ ਕੈਂਸਲ ਹੁੰਦੀ ਹੈ ਤਾਂ ਉਹ ਰਾਈਟ ਵੇ ਉਸੇ ਟਾਈਮ ਤੁਹਾਨੂੰ ਪਤਾ ਲੱਗਦਾ ਜੀ। ਉਸ ਤੋਂ ਬਾਅਦ ਤੁਹਾਨੂੰ ਕਹਿ ਦਿੰਦੇ ਆ ਜੀ ਅਸੀਂ 2 ਸ਼ਾਇਦ ਘੰਟੇ ਬਾਅਦ ਜਾਊਗੀ ਜੀ। ਉਹ ਕਈ ਵਾਰੀ ਮੇਰੇ ਨਾਲ ਵੀ ਹੋਇਆ ਵੀ 7-8 ਘੰਟੇ ਤੁਸੀਂ 에ਅਰਪੋਰਟ ਤੇ ਬੈਠੇ ਆ, ਯੂ نو ਬੇਰਾਮੀ। ਫਲਾਈਟ ਕਈ ਵਾਰ 2 ਘੰਟੇ ਦੀ ਹੁੰਦੀ ਹੈ, ਹਾਂ, ਤੇ ਤੁਸੀਂ ਤੁਹਾਨੂੰ ਬਹਿਣਾ ਪੈਂਦਾ 8-9 ਘੰਟੇ। ਬਿਲਕੁਲ। ਤੇ ਬੰਦੇ ਨੇ ਜਾ ਕੇ ਕੰਮ ਕਰਨਾ ਹੁੰਦਾ ਹੈ, ਜਾਂ ਇੱਕ ਦਿਨ ਲਈ ਬੰਦਾ ਕਈ ਵਾਰ ਜਾਂਦਾ ਕਿ ਚਲੋ ਜਾ ਕੇ ਵਾਪਸ ਆ ਜਾਣਾ, ਸੈਲੀਬ੍ਰੇਸ਼ਨ ਹੈ ਜਾਂ ਕੁਝ ਵਾਪਸ ਆ ਜਾਣਾ ਅਗਲੇ ਦਿਨ। ਤਾਂ ਸਾਰਾ ਦਿਨ ਹੀ ਜਿਹੜਾ 에ਅਰਪੋਰਟ ਤੇ, ਉਹ ਵੀ ਹੌਲੀਡੇ ਦੇ ਵਿੱਚ, ਤਾਂ ਫਿਰ ਮੈਨੂੰ ਲੱਗਦਾ ਇੱਕ ਹਰਾਸਮੈਂਟ ਹੀ ਹੈ। ਬਿਲਕੁਲ। ਇਹਦੇ ਬਾਰੇ ਕੋਈ ਹਜੇ ਤੱਕ ਬਿਆਨ ਨਹੀਂ ਆਇਆ, ਪਰ ਦੇਖਦੇ ਆ ਜੀ ਕੀ ਕਹਿੰਦੇ ਨੇ ਤੇ ਇਸ ਦੇ ਬਾਰੇ ਕੀ ਹੋਊਗਾ ਭਾਜੀ। ਕੀ ਇਹਦਾ ਕੋਈ ਮੈਨੂੰ ਲੱਗਦਾ ਤੋੜ ਵੀ ਨਹੀਂ ਹੋਣਾ, ਹੁਣ ਜੋ ਹੋ ਗਿਆ ਸੋ ਹੋ ਗਿਆ। ਨਹੀਂ, ਇਹਦਾ ਕੋਈ ਨਹੀਂ ਜੀ। ਸਿਰਫ ਅੱਗੇ ਵੀ ਆਪਾਂ ਇੱਕ ਵਾਰੀ ਸ਼ੇਅਰ ਕਰੀ ਸੀ, ਇਹ ਜਿਹੜੀਆਂ ਫਲਾਈਟਾਂ ਕੈਂਸਲ ਹੁੰਦੀਆਂ ਜਾਂ ਡਿਲੇ ਹੁੰਦੀਆਂ, ਉਹਦਾ ਕੋਈ ਕੋਰਟ 'ਚ ਵੀ ਲੈ ਕੇ ਗਏ ਵੇ ਆ, ਕੋਈ ਕੇਸ ਬਣਿਆ ਹੋਇਆ ਜੀ ਹੁਣ। ਪਰ ਫੇਰ ਵੀ ਜਿਹੜੀਆਂ ਨਾ ਇਹ 에ਅਰਲਾਈਨਾਂ ਬਹੁਤਾ ਜ਼ਿਆਦਾ ਕੇਅਰ ਨਹੀਂ ਕਰਦੀਆਂ ਜੀ। ਜਿਹੜਾ ਬੰਦਾ ਹੈ ਨਾ, ਜਿਹੜਾ ਪਹਿਲਾਂ ਬੁਕਿੰਗ ਵੀ ਕਰ ਲੈਂਦੇ ਆ ਤੁਸੀਂ ਸਾਰਾ ਕੁਝ ਆਪਦੇ ਵੱਲੋਂ ਕਰ ਦਿੰਦੇ ਆ, ਪਰ ਫੇਰ ਵੀ ਇਹੋ ਜਿਹੀਆਂ ਗੱਲਾਂ ਜੀ ਹੁੰਦੀਆਂ। ਔਰ ਸੋਸ਼ਲ ਮੀਡੀਆ ਤੇ ਲੋਕਾਂ ਨੇ ਬਹੁਤ ਜ਼ਿਆਦਾ, ਕਹਿ ਲਓ ਇਹਨਾਂ ਨੂੰ ਉਹ ਵਰਡ ਜਿਹੜਾ ਅੱਜ ਕੱਲ੍ਹ ਰਗੜਿਆ ਜੀ, ਜਿਹੜੇ ਕੈਪਟਨ ਸਾਹਿਬ ਵੀ ਕਹਿੰਦੇ ਨੇ। ਸੋ ਕਈ ਪੋਸਟ ਤੇ ਫੋਟੋਆਂ ਜਿਹੜੀਆਂ ਨੇ ਲੋਕਾਂ ਨੇ ਭੀੜ ਦੀਆਂ, ਲੰਬੀ ਲਾਈਨਾਂ ਦੀਆਂ, ਹਰਾਸ ਹੁੰਦਿਆਂ ਹੋਈਆਂ ਦੀਆਂ, ਉਹ ਪਾਈਆਂ ਨੇ ਜੀ, ਭਾਵੇਂ ਟਿਕਟੌਕ ਹੋਵੇ, ਭਾਵੇਂ ਫੇਸਬੁੱਕ, ਜਾਂ ਜਿੱਥੇ ਵੀ। ਤੇ ਸਪੈਸ਼ਲੀ ਟੋਰਾਂਟੋ ਔਰ ਮੌਂਟਰੀਅਲ ਦਾ ਜਿਹੜਾ 에ਅਰਪੋਰਟ, ਉਹ ਕਹਿੰਦੇ ਨੇ ਨਜ਼ਾਰੇ ਦੇਖਣ ਵਾਲੇ ਸੀ, ਕਿਉਂਕਿ ਏਦਾਂ ਲੱਗਦਾ ਸੀ ਕਿ ਸਾਰਾ ਫੈਸਟੀਵਲ ਜਿਹੜਾ ਜਿਵੇਂ ਸਟੈਂਪੀਡ ਆਪਾਂ ਕਹਿੰਦੇ ਉੱਥੇ ਹੋ ਗਿਆ। ਬਿਲਕੁਲ। ਉਹ ਪੁਰਾਣੇ 에ਅਰਪੋਰਟ ਆ ਨਾ, ਨਾਲੇ ਉਹ ਬਹੁਤ ਬਿਜ਼ੀ 에ਅਰਪੋਰਟ ਹੈ ਜੀ। ਟੋਰਾਂਟੋ ਤਾਂ ਬਹੁਤ ਬਿਜ਼ੀ ਹੈ, ਈਵਨ ਵੈਨਕੂਵਰ। ਹਾਂਜੀ, ਵੈਨਕੂਵਰ ਦਾ 에ਅਰਪੋਰਟ, ਵੈਨਕੂਵਰ, ਟੋਰਾਂਟੋ ਤੇ ਮੌਂਟਰੀਅਲ ਜੀ, ਤਿੰਨੇ ਹੀ ਬਿਜ਼ੀ 에ਅਰਪੋਰਟ ਆ, ਬਹੁਤ ਬਿਜ਼ੀ ਹੈ ਜੀ ਜੀ। ਆਪਣਾ ਹੁਣ ਕੈਲਗਰੀ ਵੀ ਬਹੁਤ ਬਿਜ਼ੀ ਹੋਣਾ, ਕੈਲਗਰੀ ਵੀ ਚੌਥੇ ਨੰਬਰ ਤੇ ਆ ਗਿਆ ਹੁਣ, ਕਾਫੀ ਹੁਣ ਵੱਡਾ 에ਅਰਪੋਰਟ ਵੀ ਬਣਾਤਾ, ਤੇ ਮੈਨੂੰ ਲੱਗਦਾ ਹੈ ਕਿ ਵਧੀਆ ਸ਼ਹਿਰ ਹੈ ਜੀ ਸਾਡਾ। ਵੈਦਰ ਤੋਂ ਵੀ ਸ਼ੁਰੂ ਕੀਤਾ ਸੀ ਅਸੀਂ, ਹੁਣ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਟੋਰਾਂਟੋ, ਮੌਂਟਰੀਅਲ, ਹਰ ਪਾਸੋਂ ਇੱਥੇ ਵੀ ਆ ਰਹੇ ਨੇ। ਬਿਲਕੁਲ। ਸੋ ਐਡਮਿੰਟਨ ਵਾਲੇ ਪਿੱਛੇ ਆ, ਐਡਮਿੰਟਨ ਵਾਲੇ ਹਜੇ ਬਹੁਤ ਪਿੱਛੇ ਆ ਜੀ ਜੀ ਜੀ। ਮੇਰਾ ਖਿਆਲ ਸ਼ਾਇਦ ਐਡਮਿੰਟਨ ਤੋਂ ਬਿਜ਼ੀ ਕਲੋਨਾ ਹੋਊਗਾ। ਉਹ ਫਿਰ ਹੌਲੀਡੇ ਡੈਸਟੀਨੇਸ਼ਨ ਹੈ ਸ਼ਾਇਦ, ਤਾਂ ਵੀ। ਸੋ ਭਾਜੀ ਇਹ ਤਾਂ ਸੀਗੀਆਂ ਤੁਹਾਡੀ ਫਲਾਈਟਾਂ ਦੀਆਂ ਖਬਰਾਂ। ਹਾਂਜੀ। ਤੇ ਫਲਾਈਟ ਅਸੀਂ ਹੁਣ ਆਪਣੀ ਉਡਾਣੀ ਹੈ, ਪਰ ਉਸ ਤੋਂ ਪਹਿਲਾਂ ਹਾਂਜੀ ਡੇ ਇਨ ਦੀ ਹਿਸਟਰੀ, ਯਾਨੀ ਕਿ ਜੁਲਾਈ 5। ਨਹੀਂ, ਉਹ ਕਰ ਚੁੱਕੇ ਆ ਜੀ। ਡੇ ਇਨ ਦੀ ਹਿਸਟਰੀ ਕਰ ਲਿਆ। ਹੁਣ ਤੁਹਾਨੂੰ ਨਾ ਜਦੋਂ ਆਪਾਂ 2 ਸੀਟਰ 'ਚ ਜਾਣਾ, ਹੁਣ ਤੁਹਾਨੂੰ ਸ਼ੇਅਰ ਸੁਣਾਉਣਾ। ਅੱਛਾ, ਸ਼ੇਅਰ ਸੁਣਾਉਣਾ ਬਈ। ਡੇ ਇਨ ਦੀ ਹਿਸਟਰੀ ਇਸ ਤੋਂ ਬਾਅਦ ਨਹੀਂ, ਡੇ ਇਨ ਦੀ ਹਿਸਟਰੀ ਨਹੀਂ, ਹਾਂ, ਡੇ ਇਨ ਦੀ ਹਿਸਟਰੀ ਨਹੀਂ ਕਰਿਆ, ਉਹ ਕਰ ਲੈਂਦੇ ਆ ਪਹਿਲਾਂ। ਹਾਂਜੀ, ਫਲਾਈਟ ਲੈਣ ਤੋਂ ਪਹਿਲਾਂ। ਅੱਛਾ ਜੀ, ਠੀਕ ਹੈ ਠੀਕ ਹੈ। ਫਿਰ ਤੁਹਾਡਾ ਸ਼ੇਅਰ ਵੀ ਸੁਣਾਂਗੇ। ਹਾਂ, ਫਿਰ ਸ਼ੇਅਰ ਸੁਣਾਉਂਗਾ ਜੀ, ਪਰ ਉਹ ਸੁਣਾਉਂਗਾ ਮੈਂ ਜਦੋਂ ਆਪਾਂ ਫਲਾਈਟ 'ਚ ਬਹਿ ਕੇ, ਹਾਂ, ਰਾਹ ਲਈ ਕਾਫੀ ਪੀ ਕੇ। ਠੀਕ ਹੈ ਜੀ। ਹੁਣ ਤਾਂ ਪਹਿਲਾਂ ਡੇ ਇਨ ਦੀ ਹਿਸਟਰੀ, ਇਰਸ਼ਾਦ ਡੇ ਇਨ ਦੀ ਹਿਸਟਰੀ। ਦੇਖੋ, ਅੱਜ ਜਿਹੜਾ ਡੇ ਇਨ ਦੀ ਹਿਸਟਰੀ ਹੈ ਨਾ ਜੀ, ਬਹੁਤ ਵਧੀਆ। ਐਕਚੁਅਲੀ ਵਧੀਆ ਤਾਂ ਹਰ ਰੋਜ਼ ਹੀ ਹੁੰਦਾ ਜੀ, ਕਦੇ ਇਉਂ ਨਹੀਂ ਹੁੰਦਾਗਾ ਵੀ ਮਾੜਾ ਹੋਇਆ। ਕੋਈ ਨਾ ਕੋਈ ਚੀਜ਼, ਕੁਛ ਨਾ ਕੁਛ ਹੁੰਦਾ ਹਰ ਰੋਜ਼, ਨੌਲੇਜ ਮਿਲਦੀ ਹੈ ਜੀ। ਜੋ ਆਪਾਂ ਦੇਖੋ, ਆਪਾਂ ਗੱਲਾਂ ਕਰਦੇ ਆ ਹਿਸਟਰੀ ਪੁਰਾਣੀਆਂ ਦੀਆਂ ਜੀ, ਅੱਜ ਤੋਂ 10, 15, 20 ਸਾਲ ਬਾਅਦ ਅੱਜ ਦੇ ਦਿਨਾਂ ਦੀਆਂ ਵੀ ਗੱਲਾਂ ਹੋਣਗੀਆਂ। ਸਹੀ ਗੱਲ ਹੈ, ਸਹੀ ਗੱਲ ਹੈ। 2023 'ਚ ਕੀ ਹੋਇਆ ਸੀ ਜੀ 5 ਜੁਲਾਈ ਨੂੰ? ਕਹਿਣਗੇ ਸੁਰੀਤਮ ਭਾਈ ਨੇ ਹਿਸਟਰੀ ਦਾ ਇੱਕ ਪੰਨਾ ਫਰੋਲਿਆ ਸੀ 5 ਜੁਲਾਈ 2023 ਦੇ ਵਿੱਚ। ਮੈਂ ਕਿਹਾ ਕਿਤੇ ਇਹ ਕਹਿ ਦਿਓਗੇ ਵੀ ਬਲੈਕ ਸ਼ਰਟ ਪਾਈ ਸੀ, ਕਾਲੀ ਸ਼ਰਟ ਤੇ ਨਾਲ ਚਮਕਦੀ ਹੋਈ ਟਾਈ ਵੀ ਬੰਨੀ ਸੀ 5 ਜੁਲਾਈ। ਸੋ ਅੱਜ ਦੀ ਹਿਸਟਰੀ ਪਹਿਲਾਂ ਹੀ ਅਸੀਂ ਦੱਸਤੀ ਜੀ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ। ਸੋ 5 ਜੁਲਾਈ 1968 ਜੀ ਦੇ ਵਿੱਚ ਜੀ ਪਹਿਲੀ ਸਬਮਰੀਨ ਹਾਂਜੀ ਇੰਡੀਆ ਆਈ ਸੀ ਵਿਸ਼ਾਖਾਪਟਨਮ ਪੋਰਟ ਤੇ। ਅੱਛਾ ਜੀ। ਸੋਵੀਅਤ ਰਸ਼ੀਆ ਤੋਂ। ਅੱਛਾ ਜੀ। ਪਹਿਲੀ 1968 ਜੁਲਾਈ 5। ਵਾਹ ਜੀ ਵਾਹ, ਕੀ ਬਾਤ ਹੈ ਜੀ, ਬਹੁਤ ਵੱਡੀ ਗੱਲ ਆ। ਸੋ ਮੈਨੂੰ ਲੱਗਦਾ ਕਿ ਇਹ ਉੱਥੋਂ ਹੁਣ ਆਈ ਸੀਗੀ, ਤੇ ਉੱਥੇ ਮੈਨੂੰ ਲੱਗਦਾ ਕਿ ਕੋਈ ਟ੍ਰੇਡ ਸ਼ੁਰੂ ਹੋਇਆ ਹੋਣਾ। ਜਾਂ ਹਾਂ, ਕੁਝ ਨਾ ਕੁਝ ਉਦੋਂ ਦੇਖੋ 47 'ਚ ਆਜ਼ਾਦੀ ਹੋਈ ਆ,
ਉਦੋਂ ਪਹਿਲਾਂ ਚਲੋ ਬ੍ਰਿਟਿਸ਼ ਦੇ ਥੱਲੇ ਸੀਗਾ ਤੇ ਫਿਰ ਕੋਈ ਕਿਸੇ ਨਾ ਕਿਸੇ ਜੋ ਸਿਸਟਮ ਉਦੋਂ ਹੋਊਗਾ ਜਿਹਦੇ ਕਰਕੇ ਦੋਸਤੀ ਵੀ ਉੱਥੋਂ ਹੀ ਸ਼ੁਰੂ ਹੋਈ ਹੈ। ਹਾਂ ਬਿਲਕੁਲ, ਨਸ਼ੇ ਦੇ ਨਾਲ ਜਿਹੜੀ ਹੁਣ ਵੀ ਦੋਸਤੀ ਹੈਗੀ ਹੈ ਹਾਂ ਤੇ ਉੱਥੋਂ ਹੀ ਹੋਇਆ ਜੀ ਸ਼ੁਰੂ। ਯੈਸ। ਤੇ ਕੋਈ ਹੋਰ ਵੀ ਡੇ ਹੈਗਾ ਭਾਜੀ? ਅੱਜ ਸਿੱਖ ਅੱਛਾ ਹਿਸਟਰੀ ਚ ਜੀ 5 ਜੁਲਾਈ ਗੁਰੂ ਹਰਗੋਬਿੰਦ ਜੀ ਦਾ ਬਰਥਡੇ ਹੈ, 6ਵੇਂ ਗੁਰੂ ਹੈ ਜਿਹੜੇ। ਅੱਛਾ ਜੀ। ਸੋ ਇਹ ਜਿਹੜਾ ਹੈ ਨਾ 10 ਗੁਰੂ ਆਪਣੇ 10ਾਂ ਚੋਂ ਜਿਹੜੇ 6ਵੇਂ ਗੁਰੂ ਹੈ ਜੀ ਉਹ 5 ਜੁਲਾਈ 1595 ਅੱਛਾ ਜੀ ਠੀਕ ਹੈ ਜੀ ਜਨਮ ਦਿਨ। ਅੱਛਾ ਜੀ। ਸੋ ਮੈਨੂੰ ਲੱਗਦਾ ਹੈ ਕਿ ਹਾਂਜੀ ਬਹੁਤ ਵੱਡਾ ਡੇ ਹੈ ਜੀ। ਔਰ ਅਸੀਂ ਸਾਡਾ ਮਕਸਦ ਇਹੀ ਹੈ ਕਿ ਤੁਹਾਡੇ ਤੱਕ ਜਿਹੜੀ ਨੌਲੇਜ ਪਹੁੰਚਾਈ ਜਾਵੇ ਔਰ ਤੁਹਾਡੇ ਘਰ ਬੈਠੇ ਆ ਅਸੀਂ ਜੋ ਸਾਡੇ ਤੋਂ ਹੋ ਸਕੇ ਕਿ ਅੱਜ ਕੀ ਹੋਇਆ ਸੀ ਜਾਂ ਕੀ ਕਿਹੜੇ ਦਿਨ ਆਉਣ ਵਾਲੇ ਨੇ ਜਿਵੇਂ ਵੀ ਹੈ ਤੁਹਾਡੇ ਤੱਕ ਅਸੀਂ ਨੌਲੇਜ ਪਹੁੰਚਾ ਸਕੀਏ। ਸੋ ਭਾਜੀ ਫਲਾਈਟ ਦਾ ਸਮਾਂ ਹੋ ਗਿਆ ਹੈ। ਹਾਂਜੀ। ਤੇ ਤੇਲ ਮੈਂ ਭਰਾ ਲਿਆ ਪੂਰਾ ਰੈਡੀ ਹੈ ਤੇ ਅੱਜ ਚੈੱਕਅਪ ਕਰਾ ਲਈ ਬਿਕੋਜ਼ ਕਿਤੇ ਰਾਹ ਚੈੱਕਅਪ ਕਰਾ ਲਈ। ਦੇਖੋ ਤੇਲ ਵੀ ਪੂਰਾ ਤੇ ਬੈਟਰੀ ਵਾਲੀ ਵੀ ਹੈ। ਬੈਟਰੀ ਵਾਲਾ ਸਾਡੇ ਕੋਲ ਪਲੇਨ ਵੀ ਹੈ, ਆਪ ਹੀ ਬਣਾਇਆ ਸੀ ਇਹ ਕਿਉਂਕਿ ਅਸੀਂ ਆਪ ਹੀ ਬਣਾਉਣਾ, ਉਹ ਵੀ ਚਾਰਜਡ ਹੈ। ਠੀਕ ਹੈ ਜੀ ਤੇ ਸਾਰਾ ਕੁਝ ਡਨ ਹੈ ਜੀ। ਸੋ ਹੁਣ ਤੁਸੀਂ ਦੱਸੋ। ਰਸਤੇ 'ਚ ਮੌਸਮ ਬਹੁਤ ਖਰਾਬ ਹੁੰਦਾ ਕਈ ਵਾਰੀ, ਉਹ ਤੁਸੀਂ ਠੀਕ ਕਰ ਦੇਣਾ, ਤੁਹਾਡੇ ਸ਼ੇਰੋ ਸ਼ਾਇਰੀ ਨੇ ਮੈਨੂੰ ਲੱਗਦਾ ਸਾਰਾ ਕੁਝ ਠੀਕ ਕਰ ਦੇਣਾ। ਸੋ ਇਰਸ਼ਾਦ ਭਾਜੀ ਇਰਸ਼ਾਦ। ਦੇਖੋ ਜੀ ਜੁਲਾਈ 5 ਜੀ ਜਾ ਰਹੇ ਆਪਾਂ ਕੈਲਗਰੀ ਤੋਂ ਪੰਜਾਬ ਜੀ। ਤੇ ਹੁਣ ਰਸਤੇ 'ਚ ਥੋੜੀ ਬਹੁਤੀ ਐਂਟਰਟੇਨਮੈਂਟ ਵੀ ਹੋਣੀ ਚਾਹੀਦੀ ਹੈ। ਜੀ 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 ਜੀ। ਕਾਫੀ ਕੁਫੀ ਆਪਾਂ ਪੀ ਲਈ ਜੀ, ਬਾਕੀ ਕੁਛ ਨਾ ਕੁਛ ਰਾਹ 'ਚ ਪੀ ਲਾਂਗੇ ਜੀ। ਉਹ ਕਹਿੰਦੇ ਆ ਜੀ ਸਕੂਨ ਵੀ ਤੂੰ ਹੈ, ਅੱਛਾ ਜਨੂਨ ਵੀ ਤੂੰ ਹੈ। ਹਾਏ ਹਾਏ। ਸਕੂਨ ਵੀ ਤੂੰ ਹੈ ਤੇ ਜਨੂਨ ਵੀ ਤੂੰ ਹੈ, ਜਿੱਥੇ ਦੇਖਾਂ ਮੈਂ ਸੱਜਣਾ ਬਸ ਤੂੰ ਹੀ ਤੂੰ ਹੈ। ਵਾਹ ਵਾਹ ਵਾਹ। ਉਧਰ ਕਹੋ ਤੂੰ ਹੀ ਤੂੰ, ਉਧਰ ਤੁਹਾਡੇ ਵੱਲ ਦੇਖ ਕੇ ਜਿਹਦੇ ਲਈ ਤੁਸੀਂ ਸ਼ੇਰ ਪੜ੍ਹਦੇ ਹੋ ਉਧਰ ਦੇਖ ਕੇ ਬੋਲੋ ਤੂੰ ਹੀ ਤੂੰ ਹੈ। ਸਕੂਨ ਵੀ ਤੂੰ ਹੈ, ਜਨੂਨ ਵੀ ਤੂੰ ਹੈ, ਜਿੱਥੇ ਦੇਖਾਂ ਸੱਜਣਾ ਤੂੰ ਹੀ ਤੂੰ ਹੈ। ਬਾਤ ਹੈ, ਕਿਆ ਬਾਤ ਹੈ। ਮੈਨੂੰ ਲੱਗਦਾ ਮੈਸੇਜ ਹੈ ਠਾ ਵੱਜਿਆ ਜੀ। ਔਰ ਵੈਸੇ ਦੇਖੋ ਹੁਣ ਤੁਸੀਂ ਤਾਂ ਮੈਨੂੰ ਕਹਿਤਾ ਕਿ ਉਧਰ ਦੇਖੋ, ਉੱਥੋਂ ਨਾ ਕੋਈ ਫੋਨ ਆ ਜਾਏ ਵੀ ਨਹੀਂ ਉੱਥੇ ਨਹੀਂ ਹੈ ਉਧਰ ਦੇਖੋ। ਮੈਂ ਉਹੀ ਕਹਿ ਰਿਹਾ ਸੀ, ਮੈਂ ਥੋੜਾ ਕਵਰ ਅਪ ਕਰ ਰਿਹਾ ਸੀ। ਪਰ ਮੈਂ ਸਹੀ ਕਹਾਂ ਭਾਈ ਦਾ ਜਿਹੜਾ ਸ਼ੇਰ ਆ ਬੜਾ ਬਿਲਕੁਲ ਅਸੀਂ ਰਿਲੇਟ ਕਰ ਸਕਦੇ ਹਾਂ, ਕਿਉਂਕਿ ਸਾਡੇ ਲਈ ਜਿਹੜੇ ਸਾਡੀ ਆਡੀਅנס ਹੈ ਉਹੀ ਹੈ ਜੀ। ਸਕੂਨ ਵੀ ਤੁਸੀਂ ਹੋ, ਹਰ ਚੀਜ਼ ਤੁਸੀਂ ਹੋ। ਤੁਸੀਂ ਜੇ ਚੰਗਾ ਰਿਸਪੌਂਸ ਦੋਗੇ ਤੇ ਤੁਹਾਡੇ ਲਈ ਸਾਰਾ ਕੁਝ ਅਸੀਂ ਕਰ ਰਹੇ ਹਾਂ। ਸੋ ਸਾਰਾ ਕੁਝ ਤੂੰ ਹੀ ਤੂੰ ਹੈ। ਵਾਹ ਜੀ। ਇਹ ਕਿਸੇ ਵਾਸਤੇ ਖਾਸ ਨਹੀਂਗਾ, ਹਾਂਜੀ ਸਾਰਿਆਂ ਲਈ ਹੈ। ਬਿਲਕੁਲ ਜੀ ਬਿਲਕੁਲ। ਹਾਂ ਜੇ ਕੋਈ ਖਾਸ ਹੋਵੇ ਉਹ ਮੈਨੂੰ ਫੋਨ ਜ਼ਰੂਰ। ਸਾਰਿਆਂ ਚੋਂ ਕੋਈ ਖਾਸ ਵੀ ਫੋਨ ਕਰੋ ਜੀ। ਜੀ ਸੋ ਚਲਿਏ ਭਾਜੀ ਪੰਜਾਬ ਪਹੁੰਚੀਏ। ਚਲੋ ਪਹੁੰਚ ਗਏ ਜੀ। ਔਰ ਪੰਜਾਬ ਦੇ ਵਿੱਚ SGPC ਨੇ ਦੇਖੋ ਜੀ 51 ਜਿਹੜੇ ਆਪਣੇ ਕਾਰਜਕਰਤਾ ਕਹਿ ਲਓ, EMPLOYEES ਕਹਿ ਲਓ, ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਉਹਨਾਂ ਨੇ ਕਮਿਊਨਿਟੀ ਜਿਹੜੀ ਕਿਚਨ ਹੈ ਜਿੱਥੇ ਲੰਗਰ ਦੀ ਸੇਵਾ ਹੁੰਦੀ ਹੈ, ਹਾਂਜੀ, ਉਹ ਕਈ ਸਾਲਾਂ ਤੋਂ ਜਿੱਥੇ ਇਹਨਾਂ ਦੇ EMPLOYEES ਰੱਖੇ ਹੋਏ ਨੇ, ਉੱਥੋਂ 51 ਉਹਨਾਂ ਨੇ EMPLOYEES ਕੱਢ ਦਿੱਤੇ ਨੇ, ਫਾਇਰ ਕਰ ਦਿੱਤੇ ਨੇ ਜੀ। ਦੇਖੋ ਜਿਹੜੀ SGPC ਹੈ ਨਾ ਜੀ, ਧਾਮੀ ਸਾਹਿਬ ਹਾਂਜੀ ਪ੍ਰਧਾਨ ਆ ਉਹਦੇ ਜੀ। ਜਦੋਂ ਆ ਗੁਰਬਾਣੀ ਦਾ ਥੋੜਾ ਜਿਹਾ ਚੱਕਰ ਪਿਆ, ਜਿਹੜਾ 23 ਜੁਲਾਈ ਨੂੰ ਕੰਟਰੈਕਟ PTC ਦੇ ਨਾਲ ਖਤਮ ਹੋਣਾ ਜੀ, ਤੇ ਪੰਜਾਬ ਗਵਰਨਮੈਂਟ ਨੇ ਜਿਹੜਾ ਉਹਦੇ ਤੇ ਐਕਟ ਜੀ ਜਿਹੜਾ 1925 ਦਾ ਜੀ 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 ਗੁਰਦੁਆਰਾ ਐਕਟ ਆ ਉਹਨੂੰ ਅਮੈਂਡ ਕਰਨ ਦਾ ਵਾਸਤੇ ਪਾਸ ਕਰਿਆ ਵਿਧਾਨ ਸਭਾ 'ਚ, ਉਦੋਂ ਤੋਂ ਨਾ ਕੁਛ ਨਾ ਕੁਛ ਹੋ ਹੀ ਜਾ ਰਿਹਾ ਜੀ। ਹੁਣ ਦੇਖੋ ਲੰਗਰ ਦੇ ਵਿੱਚ ਜੀ ਜਿਹੜਾ ਝੂਠ ਹੈ ਜਾਂ ਬਚ ਜਾਂਦਾ ਲੰਗਰ, ਆਪਾਂ ਉਹਦੀ ਗੱਲ ਕਰਦੇ ਹਾਂ ਜੀ। ਉਹ ਜਿਹੜਾ ਲੰਗਰ ਹੈ ਜਾਂ ਸੁੱਕੀਆਂ ਰੋਟੀਆਂ ਹੋ ਗਈਆਂ, ਪੁਰਾਣੀ ਬਣੀ ਵੀ ਦਾਲ ਹੋ ਗਈ, ਜਾਂ ਈਵਨ
ਜਿਹੜਾ ਰਾਸ਼ਨ ਆ ਜਦੋਂ ਆਉਂਦਾ, ਸੈਲਡ ਹੋ ਗਿਆ, ਕੁਝ ਵੀ ਆ, ਉਹਨੂੰ ਫਿਰ ਉਹ ਵੇਚਦੇ ਆ। ਅੱਛਾ, ਉਹਦਾ 1 ਕਰੋੜ ਰੁਪਏ ਦਾ ਘਪਲਾ ਹੈ। ਉਹ ਜ਼ਿਆਦਾ ਵੀ ਹੋ ਸਕਦਾ, ਜ਼ਿਆਦਾ ਹੀ ਹੋਊਗਾ ਜੀ। ਹਾਂਜੀ ਹਾਂਜੀ, ਇਹ ਕਿਹਾ ਗਿਆ ਰਾਈਟ। ਸੋ ਹੁਣ ਉਹ ਜਿਹੜਾ 1 ਕਰੋੜ ਹੈ ਨਾ ਜੀ, ਉਹਦਾ ਜਦੋਂ ਪਤਾ ਲੱਗਿਆ ਪ੍ਰਧਾਨ ਸਾਹਿਬ ਨੂੰ, ਤੇ ਉਹਨਾਂ ਨੇ ਇੰਟਰਨਲ ਇਨਵੈਸਟੀਗੇਸ਼ਨ ਕਰੀ ਜੀ। ਜਦੋਂ ਇਨਵੈਸਟੀਗੇਸ਼ਨ ਕਰੀ, ਉਹਦੇ ਨਾਲ ਹੌਲੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਉਹਦਾ ਮੈਨੇਜਰ ਸੀਗੇ ਉੱਥੋਂ ਦੇ, ਜਿਹੜੇ ਸਟੋਰ ਕੀਪਰ ਸੀਗੇ, ਜਾਂ ਜਿਹੜੇ ਸੁਪਰਵਾਈਜ਼ਰ ਸੀਗੇ, ਜਿਹੜੇ ਵੀ EMPLOYE ਲੰਗਰ ਦੇ ਵਿੱਚ ਕੰਮ ਕਰਦੇ ਸੀਗੇ, ਉਹਨਾਂ ਦੇ ਵਿੱਚੋਂ ਉਹਨਾਂ ਨੇ 51 ਜਿਹੜੇ EMPLOYE ਆ ਉਹਨਾਂ ਨੂੰ ਕੱਢ ਦਿੱਤਾ ਜੀ। ਬਿਲਕੁਲ। SGPC ਦੇ ਜਿਹੜੇ ਸੈਕਟਰੀ ਨੇ ਪ੍ਰਤਾਪ ਸਿੰਘ ਸਾਹਿਬ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸ਼ੁਰੂ ਕੀਤੀ ਜੀ। ਗੁਰਦੁਆਰਾ ਦੀ ਜਿਹੜੀ ਫਲਾਈਂਗ ਡਿਪਾਰਟਮੈਂਟ ਆ, ਉਹਨਾਂ ਨੇ ਜਦੋਂ ਇਹ ਜਿਹੜਾ ਮਾਮਲਾ ਹੈ ਉਹਨਾਂ ਦੇ ਸਾਹਮਣੇ ਆਇਆ, ਬਿਨਾਂ ਕਿਸੇ ਨੂੰ ਦੱਸੇ ਇਨਵੈਸਟੀਗੇਸ਼ਨ ਚੱਲ ਰਹੀ ਸੀ, ਔਰ 1 ਕਰੋੜ ਤੋਂ ਉੱਪਰ ਦਾ, ਜਿਵੇਂ ਤੁਸੀਂ ਕਿਹਾ, ਇਹ ਜਿਹੜਾ ਇਰਰੈਗੂਲੈਰਿਟੀਜ਼ ਜਿਹੜੀ ਫਾਈਨੈਂਸ਼ੀਅਲ ਕਿਹਾ ਜਾ ਰਿਹਾ ਹੈ, ਉਹ ਜਿਹੜੇ ਨੋਟਿਸ ਦੇ ਵਿੱਚ ਆਇਆ। ਅਜੇ ਤਾਂ ਭਾਜੀ ਪਤਾ ਨਹੀਂ ਕੀ ਕੁਝ ਪਤਾ ਲੱਗਦਾ, ਬਹੁਤ ਕੁਝ ਆਊਗਾ ਜੀ। ਹੋਰ ਇਹ ਤਾਂ ਇਹ ਸ਼ੁਰੂ ਹੀ ਹੋਇਆ। ਤੇ ਜਿਹੜੇ SGPC ਪ੍ਰੈਜ਼ੀਡੈਂਟ ਨੇ ਧਾਮੀ ਸਾਹਿਬ, ਉਹਨਾਂ ਨੇ ਵੀ ਇਹ ਕਿਹਾ ਕਿ ਇਦਾਂ ਦੀ ਕੋਈ ਵੀ ਜਿਹੜੀ ਗੱਲਬਾਤ ਹੈ ਉਹ ਟੋਲਰੇਟ ਨਹੀਂ ਕੀਤੀ ਜਾਵੇਗੀ, ਔਰ ਹੋਰ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ, ਔਰ ਸੰਗਤ ਦੇ ਜਿਹੜੇ ਸੈਂਟੀਮੈਂਟਸ ਨੇ ਉਹਨਾਂ ਤੇ ਬਹੁਤ ਜ਼ਿਆਦਾ ਇਫੈਕਟ ਕੀਤਾ ਜੀ ਇਸ ਖਬਰ ਨੇ। ਬਿਲਕੁਲ ਜੀ। ਇਹ ਜਿਹੜੇ ਪੈਸੇ ਆ ਨਾ ਜੀ, ਇਹ ਪੈਸੇ ਜਿਵੇਂ ਸੇਲ ਕਰਕੇ ਜੀ ਜਿਹੜੇ ਜਮ੍ਹਾਂ ਕਰਾਉਣੇ ਸੀ ਬੈਂਕ 'ਚ ਜੀ, SGPC ਦੇ ਅਕਾਊਂਟ ਦੇ ਵਿੱਚ, ਉੱਥੇ ਜਮ੍ਹਾਂ ਨਹੀਂ ਕਰਾਏ ਗਏ। ਹੁਣ ਇਹ ਤਾਂ ਇੱਕ ਇਨਵੈਸਟੀਗੇਸ਼ਨ ਆ। ਦੇਖੋ ਹੁਣ ਕੀ ਪਤਾ ਇਹ ਕਿੰਨੇ ਹੋਰ ਹੋਣਗੇ ਜੀ। ਇਹ ਕਿਵੇਂ ਇਹਨਾਂ ਦਾ ਜਿਗਰਾ ਭਾਜੀ, ਮੈਨੂੰ ਤਾਂ ਲੱਗਦਾ ਕਈ ਵਾਰ ਪੈ ਜਾਂਦਾ। ਅਸੀਂ ਕਈ ਵਾਰ ਸੋਚਦੇ ਹਾਂ ਜਦੋਂ ਇਦਾਂ ਦੀ ਖਬਰਾਂ, ਜਦੋਂ ਗੁਰਦੁਆਰੇ ਦੇ ਖਜ਼ਾਨੇ ਦੀ ਗੱਲਬਾਤ ਹੁੰਦੀ ਹੈ, ਇਕੱਲੇ ਪੰਜਾਬ 'ਚ ਨਹੀਂ, ਆਲ ਓਵਰ ਕਿੰਨੀਆਂ ਖਬਰਾਂ ਸਾਡੇ ਕੋਲ ਪਹੁੰਚਦੀਆਂ ਨੇ, ਔਰ ਇਨਵੈਸਟੀਗੇਸ਼ਨਾਂ ਚੱਲ ਰਹੀਆਂ ਨੇ। ਕਈ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਸ ਦੇ ਉੱਪਰ ਇਨਵੈਸਟੀਗੇਸ਼ਨ ਚੱਲ ਰਹੀ ਹੈ, ਲੰਗਰ ਨੂੰ ਲੈ ਕੇ ਇਨਵੈਸਟੀਗੇਸ਼ਨਾਂ ਸ਼ੁਰੂ ਹੋ ਗਈਆਂ ਨੇ। ਹਰਿਮੰਦਰ ਸਾਹਿਬ ਦੇ ਵਿੱਚ ਵੀ ਕਹਿ ਲਓ ਕਿ ਇੰਨਾ ਜਿਹੜਾ ਦਾਨ ਹੁੰਦਾ ਹੈ, ਇੰਨਾ ਕੰਮ ਕੀਤਾ ਜਾਂਦਾ ਹੈ, ਪ੍ਰੋਪਰ ਜਿਹੜਾ ਇੱਕ ਸਿਸਟਮ ਬਣਾਇਆ ਹੋਇਆ, ਵਨ ਆਫ ਦਾ ਮੋਸਟ ਜਿਹਨੂੰ ਕਹਿੰਦੇ ਨੇ ਸਿਸਟਮੈਟਿਕ, ਜਿਹੜਾ ਉੱਥੇ ਹਰ ਚੀਜ਼ ਬਣਾਈ ਹੋਈ ਹੈ। ਵੱਡੇ ਤੋਂ ਵੱਡੇ ਜਿਹੜੇ ਯੂਟਿਊਬਰਸ ਤੋਂ ਲੈ ਕੇ BBC ਤੋਂ ਲੈ ਕੇ ਵੱਡੇ ਚੈਨਲਸ ਨੇ, ਉਹਨਾਂ ਨੇ ਡਾਕੂਮੈਂਟਰੀਜ਼ ਬਣਾਈਆਂ ਨੇ ਕਿ ਇਹ ਸਿਸਟਮ ਚੱਲਦਾ ਕਿਵੇਂ ਹੈ, ਇਹ ਲੰਗਰ ਕਿਵੇਂ, ਸੇਵਾ ਕਿਵੇਂ ਚੱਲਦੀ ਹੈ। ਪਰ ਜਦੋਂ ਇੱਦਾਂ ਦੀ ਖਬਰਾਂ ਸਾਨੂੰ ਦੱਸਣੀਆਂ ਪੈਂਦੀਆਂ ਨੇ, ਸਾਡਾ ਵੀ ਦਿਲ ਬੜਾ ਖਰਾਬ ਹੁੰਦਾ। ਦੇਖੋ, ਮੈਂ ਕਈ ਵਾਰੀ ਨਾ ਸੋਚਦਾ ਹੁੰਦਾ ਸ਼ਿਵੀ ਜੀ, ਜਿਵੇਂ ਤੁਸੀਂ ਗੱਲ ਕਰੀ ਹੈ ਵੀ ਇਹ ਕਿਵੇਂ ਹੋ ਜਾਂਦਾ ਜੀ, ਕਿਵੇਂ ਕੋਈ ਕਰ ਲੈਂਦਾ ਜੀ। ਕਰਨਾ ਤਾਂ ਸੌਖਾ। ਅੱਛਾ, ਲੋਕਾਂ ਦੇ ਮਨ ਦੇ ਵਿੱਚ ਇਹ ਪਾਇਆ ਹੋਇਆ, ਸੌਰੀ ਮੈਂ ਤੁਹਾਨੂੰ ਲੋਕਾਂ ਦੇ ਮਨ 'ਚ ਪਾਇਆ ਕਿ ਤੁਸੀਂ ਜਦੋਂ ਜਾਂਦੇ ਹੋ, ਮੰਦਿਰ ਜਾਂਦੇ ਹੋ, ਗੁਰਦੁਆਰੇ ਜਾਂਦੇ ਹੋ, ਚਰਚ ਜਾਂਦੇ ਹੋ, ਮਸਜਿਦ ਜਾਂਦੇ ਹੋ, ਕਿਤੇ ਵੀ ਜਾਂਦੇ ਹੋ, ਤੇ ਇਦਾਂ ਦੇ ਕੰਮ, ਝੂਠ ਨਹੀਂ ਬੋਲਣਾ, ਹੌਲੇ ਬੋਲਣਾ, ਫੋਨ ਆਫ ਕਰਦੇ ਹੋ, ਬੜੇ ਤੁਸੀਂ ਆਰਾਮ ਨਾਲ ਇਤਮਾਨ ਨਾਲ ਬਹਿੰਦੇ ਹੋ, ਔਰ ਤੁਹਾਨੂੰ ਏਦਾਂ ਲੱਗਦਾ ਕਿ ਮੇਰੇ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ। ਬਿਲਕੁਲ। ਜਿੱਥੇ ਇਬਾਦਤ ਦੀ ਥਾਂ ਤੇ ਅਸੀਂ ਬੈਠੇ ਹਾਂ, ਜਿੱਥੇ ਅਰਦਾਸ ਕਰ ਰਹੇ ਹਾਂ, ਉੱਥੇ ਕੋਈ ਗਲਤ ਖਿਆਲ ਵੀ ਨਾ ਆਵੇ ਦਿਮਾਗ ਦੇ ਵਿੱਚ। ਪਰ ਕਈ ਵਾਰ ਜਿਹੜੇ ਕਮੇਟੀ ਮੈਂਬਰਸ ਜਾਂ ਜਦੋਂ ਇੱਦਾਂ ਦੇ ਜਿਹੜੇ ਲੋਕ ਨੇ, ਜਿਨ੍ਹਾਂ ਦਾ ਕੰਮ ਸੇਵਾ ਕਰਨੀ ਹੈ ਪਲੱਸ ਪੈਸੇ ਦਾ ਲੈਣ ਦੇਣ ਹੈ, ਹਰ ਚੀਜ਼ ਇਨਵੋਲਵਡ ਹੈ, ਵੱਡੀ ਨੌਕਰੀਆਂ ਕਈ ਵਾਰ ਕਰਕੇ ਲੋਕ ਜਿਹੜੀ ਸੇਵਾ ਕਰਦੇ ਨੇ, ਸਪੈਸ਼ਲੀ ਹਰਿਮੰਦਰ ਸਾਹਿਬ ਦੀ ਜੇ ਗੱਲ ਕਰੀਏ, ਉੱਥੇ ਲੋਕੀ ਆ ਕੇ ਹਰ ਤਰ੍ਹਾਂ ਦੀ ਸੇਵਾ ਕਰਦੇ ਨੇ। ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਤਾਂ ਜਿਹੜੇ ਉੱਪਰ ਬੈਠੇ ਨੇ ਲੋਕ, ਉਹੀ ਘਪਲਾ ਕਰੀ। ਦੇਖੋ, ਜਿਹੜੇ ਆਪਾਂ ਕਿਸੇ ਨੂੰ ਇੱਥੇ ਚੰਗਾ ਨਹੀਂ ਕਹਿ ਸਕਦੇ, ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ। ਚੰਗੇ ਵੀ, ਉਹੀ ਤਾਂ ਮੈਂ ਕਹਿ ਰਿਹਾ, ਜਿਹੜੇ ਚੰਗੇ ਭਾਵ ਦੇ ਨਾਲ ਸੇਵਾ ਕੰਮ ਕਰਦੇ ਆ, ਮਾੜੇ ਵੀ ਹੈਗੇ ਆ। ਜੀ। ਜਿਹੜੇ ਆਪਾਂ ਜਾਂਦੇ ਆ ਨਾ, ਆਪਾਂ ਜਾਣਾ ਹੁੰਦਾ ਹਰਿਮੰਦਰ ਸਾਹਿਬ, ਸਾਲ 'ਚ 2 ਵਾਰੀ ਚਲੇ ਜਾਓਗੇ, 3 ਵਾਰੀ, 10 ਵਾਰੀ, 15 ਵਾਰੀ, 20 ਵਾਰੀ ਚਲੇ ਜਾਓਗੇ, ਰਾਈਟ। ਸੋ ਜਿਹੜਾ ਆਮ ਪਬਲਿਕ ਹੈ ਨਾ, ਉਹਦੀ ਜਿਹੜੀ ਸੋਚ ਆ ਉਹ ਵੱਖਰੀ ਹੈ। ਪਰ ਜਦੋਂ ਤੁਸੀਂ ਉੱਥੇ ਜਾਂ ਕੰਮ ਕਰਦੇ ਹੋ, ਜਾਂ ਤੁਸੀਂ ਕਮੇਟੀ ਦੇ ਮੈਂਬਰ ਬਣ ਜਾਂਦੇ ਹੋ, ਜਾਂ ਜੋ ਵੀ ਕੁਝ ਹੋ ਜਾਂਦਾ, ਤੁਹਾਡਾ ਉਹ ਸੋਚ ਵੱਖਰੀ ਹੋ ਜਾਂਦੀ ਹੈ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਕੁਛ ਕਈ ਜਿਹੜੇ ਕਿ ਬਿਲਕੁਲ ਜਿਹਨਾਂ ਦੇ ਨੇਚਰ 'ਚ ਘਪਲਾ, ਸੋ ਜਿੱਥੇ ਮਰਜ਼ੀ ਲੈ ਜਾਓ, ਕਹਿਣ ਦਾ ਭਾਵ ਇਹ ਹੈ, ਉਹ ਫਿਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਇਹ ਗੁਰੂ ਦੁਆਰਾ। ਜੇ ਗੁਰੂ ਘਰ ਦੇ ਵਿੱਚ ਏਦਾਂ ਦੀ ਚੀਜ਼ਾਂ ਹੋ ਸਕਦੀਆਂ, ਸੋ ਉਸੇ ਬੰਦੇ ਦੀ ਜੇ ਨੌਕਰੀ ਚੰਗੇ
ਉੱਚ ਲਾ ਦਈਏ ਕਿਤੇ ਪਬਲਿਕ ਸੈਕਟਰ ਜਾਂ ਪ੍ਰਾਈਵੇਟ ਸੈਕਟਰ, ਉੱਥੇ ਵੀ ਕਪਲਾ ਉੱਥੇ ਵੀ ਹੋਊਗਾ, 100% ਕਰੂਗਾ। ਬਿਕੋਜ਼ ਦੇਖੋ ਜਿਹੜੇ EMPLOYEE ਆ ਜੀ, ਉਹਨਾਂ ਦੀ ਫਿਰ ਮੈਂ ਇੱਕ ਵਾਰੀ ਫੇਰ ਕਲੀਅਰ ਕਰ ਦਿਆਂ ਵੀ ਹਰੇਕ ਬੰਦਾ ਨਹੀਂ ਉਸ ਤਰ੍ਹਾਂ ਹੋ ਸਕਦਾ। ਹਾਂਜੀ, ਕੋਈ ਨਾ ਕੋਈ ਹੋ ਸਕਦਾ। ਉਹਦੀ ਸੋਚ ਹੈ ਨਾ ਜਿਹੜੀ ਉੱਥੇ, ਇਹਦੀ ਫਿਤਰਤ ਹੀ ਮਾੜੀ, ਕੀ ਕਰ ਸਕਦਾ। ਨਹੀਂ, ਉਹ ਸੋਚਦਾ ਵੀ ਇਹ ਤਾਂ ਮੇਰੀ ਜੌਬ ਹੈ, ਮੇਰਾ ਕੰਮ ਹੈ ਜੀ, ਜੋ ਸੇਵਾ ਸੋਚ ਕੇ ਨਹੀਂ ਕਰਦਾ। ਹਾਂ, ਬਿਲਕੁਲ ਬਿਲਕੁਲ ਜੀ। ਸੋ ਉਹੀ ਗੱਲ ਹੈ ਜੀ, ਅਸੀਂ ਥੋੜੇ ਜਿਹੇ ਕਈ ਵਾਰ ਭਾਵੁਕ ਵੀ ਹੋ ਜਾਂਦੇ ਆ, ਪਰ ਗੱਲ ਏਦਾਂ ਹੈ ਕਿ ਯਕੀਨ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ, ਪਰ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸੋ ਇਨਵੈਸਟੀਗੇਸ਼ਨ ਤੋਂ ਬਾਅਦ ਕੀ ਕੁਝ ਹੋਰ ਸਾਹਮਣੇ ਆਉਂਦਾ ਹੈ ਜੀ, ਅਸੀਂ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ ਭਾਜੀ। ਜਿਵੇਂ ਜਿਵੇਂ ਅਪਡੇਟ ਆਊਗੀ ਆਪਾਂ ਉਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਬਿਲਕੁਲ। ਤੇ ਕੈਪਟਨ ਸਾਹਿਬ, ਉਹਨਾਂ ਦਾ ਕੀ ਹੁਣ, ਉਹ ਆਰਾਮ ਨਾਲ ਬੈਠੇ ਸੀਗੇ ਆਪਣੇ ਮਹਿਲ ਦੇ ਵਿੱਚ, ਤੇ ਹੁਣ ਕੀ ਬਿਆਨਬਾਜ਼ੀ ਕਰੀ ਜਾਂਦੇ ਨੇ ਭਾਜੀ। ਉਹ ਕਹਿੰਦੇ ਨੇ ਕਿ ਭਗਵੰਤ ਮਾਨ ਨੂੰ ਕੋਈ ਨੌਲੇਜ ਨਹੀਂ ਹੈਗੀ ਦੇਖੋ ਕਿਸੇ ਚੀਜ਼ ਦੀ, ਤੇ ਇਹਨੂੰ ਕੁਝ ਨਹੀਂ ਪਤਾ ਕਰ ਕੀ ਰਿਹਾ। ਕਈ ਵਾਰੀ ਨਾ ਆਪਣੇ ਜਿਹੜੇ ਲੀਡਰ ਆ, ਸਪੈਸ਼ਲੀ ਪੁਰਾਣੇ ਲੀਡਰ ਜਿਹੜੇ, ਹੁਣ ਤੁਸੀਂ ਦੇਖੋ ਪ੍ਰਕਾਸ਼ ਸਿੰਘ ਬਾਦਲ ਲੈ ਲਓ ਜੀ, ਉਹਨਾਂ ਦੀ ਉਹ 92 ਸਾਲ ਤੇ ਜਾਂ 93 ਤੇ ਡੈਥ ਹੋਈ ਹੈ, ਜ਼ਿਆਦਾ ਹੀ ਸੀਗੀ ਸ਼ਾਇਦ। ਹਾਂਜੀ, 95 ਤੋਂ ਉੱਪਰ ਸੀਗੇ। ਚਲੋ ਹਾਂਜੀ, ਐਵਰੇਜ 95 ਲੈ ਲਓ। ਹਾਂਜੀ, ਉਹ ਕਿੰਨੇ ਸਾਲ ਪੋਲਿਟਿਕਸ 'ਚ ਰਹੇ ਆ। ਜੀ ਜੀ ਜੀ, 5 ਵਾਰੀ ਤਾਂ ਉਹ ਮੁੱਖ ਮੰਤਰੀ ਬਣੇ। ਬਿਲਕੁਲ ਜੀ। ਤੇ 2-4 ਵਾਰੀ, 1-2 ਵਾਰੀ ਇਹ ਵੀ ਹੋਊਗਾ ਵੀ ਉਹ ਨਹੀਂ ਬਣੇ ਜੀ। ਕੈਪਟਨ ਸਾਹਿਬ 2 ਵਾਰੀ ਬਣੇ ਆ ਜੀ। ਸੋ ਜਿਹੜੇ, ਜੇ ਆਪਾਂ ਦੇਖੀਏ ਨਾ, ਉਹ ਅਸੀਂ ਤਾਂ ਚਾਹੁੰਦੇ ਆ ਵੀ ਜਿਹੜੇ ਨਵੇਂ ਚਿਹਰੇ ਆਉਂਦੇ ਆ, ਕੋਈ ਨਵੇਂ ਮੁੰਡੇ ਪੋਲਿਟਿਕਸ ਚ ਆਉਂਦੇ ਆ, ਉਹਨਾਂ ਨੂੰ ਵੀ ਮੌਕਾ ਦਿੱਤਾ ਜਾਵੇ ਜੀ। ਪਰ ਹੁਣ ਤੁਸੀਂ 5 ਵਾਰੀ ਮੁੱਖ ਮੰਤਰੀ ਬਣ ਕੇ ਤੇ 7 ਜਾਂ 8 ਵਾਰੀ ਇਲੈਕਸ਼ਨ ਲੜੀ ਹੈ। ਜੇ ਅਸੀਂ ਦੇਖੀਏ, ਕੰਪੇਅਰ ਕਰੀਏ US ਨੂੰ, 2 ਵਾਰੀ ਮੈਕਸਿਮਮ ਤੁਸੀਂ ਪ੍ਰੈਜ਼ੀਡੈਂਟ ਬਣ ਸਕਦੇ ਆ ਜੀ। ਉੱਥੇ ਜਿਹੜੇ ਪੁਰਾਣੇ ਪੋਲੀਟੀਸ਼ੀਅਨ ਆ ਨਾ, ਉਹ ਸਮਝਦੇ ਆ ਵੀ ਜਿਹੜੇ ਨਵੇਂ ਆਉਂਦੇ ਆ ਨਾ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕੁਝ ਜੀ। ਇਹੀ ਗੱਲ ਕੈਪਟਨ ਸਾਹਿਬ ਨੇ ਕਰੀ ਹੈ ਵੀ ਮਾਨ, ਭਗਵੰਤ ਮਾਨ ਨੂੰ ਤਾਂ ਪਤਾ ਹੀ ਨਹੀਂ ਕੁਝ। ਉਹ ਤਾਂ, ਉਹਨੂੰ ਨਾ ਕਾਨੂੰਨ ਦਾ ਪਤਾ, ਨਾ ਉਹਨੂੰ ਗਵਰਨਮੈਂਟ ਚਲਾਉਣ ਦਾ ਪਤਾ। ਰੌਲਾ ਉਹ ਹੈ 55 ਲੱਖ ਰੁਪਈਆ ਜਿਹੜਾ ਗੈਂਗਸਟਰ ਦਾ ਜੀ ਜੀ, ਜਿਹੜਾ ਜੇਲ੍ਹ ਚ ਰਿਹਾ ਜੀ, ਉਹਦੇ ਉੱਪਰ ਖਰਚਾ ਜਿਹੜਾ ਹੋਇਆ, ਉਹਦੇ ਚ ਜਿਹੜਾ ਖਰਚਾ ਹੋਇਆ ਜੀ। ਹੁਣ ਦੇਖੋ, ਖਰਚਾ ਸਰਕਾਰ ਨੇ ਕਰਿਆ, ਜਿਹੜਾ ਮਾਨ ਸਾਹਿਬ ਆ, ਉਹਨਾਂ ਦੀ ਗਵਰਨਮੈਂਟ ਨੇ ਇਨਵੈਸਟੀਗੇਸ਼ਨ ਕਰੀ ਹੈ, ਕਰਿਆ, ਕੁਛ ਨਾ ਕੁਛ ਤਾਂ ਲੱਭਿਆ ਹੋਊਗਾ। ਚਲੋ ਅਸੀਂ ਕਹਿੰਦੇ ਜਾਂ ਲੱਭਿਆ ਜਾਂ ਨਹੀਂ ਲੱਭਿਆ, ਉਹ ਉਹਨਾਂ ਨੂੰ ਪਤਾ, ਪਰ ਐਟਲੀਸਟ ਤੁਸੀਂ ਇੱਕ ਦੂਜੇ ਦੇ ਨਾਲ ਗੱਲ ਤਾਂ ਚੰਗੀ ਤਰ੍ਹਾਂ ਕਰੋ ਨਾ। ਬਿਲਕੁਲ ਜੀ। ਹੁਣ ਕੈਪਟਨ ਸਾਹਿਬ ਕਹਿੰਦੇ ਆ ਵੀ 2 ਸਾਲ ਰਹਿ ਗਏ ਜੀ, ਹਾਲਾਂਕਿ ਰਹਿੰਦੇ 3 ਤੋਂ ਵੀ ਉੱਤੇ ਆ। ਹਾਂਜੀ ਹਾਂਜੀ, ਕਹਿੰਦੇ 2 ਸਾਲ ਰਹਿ ਗਏ, ਕੋਈ ਗੱਲ ਨਹੀਂ, ਉਦੋਂ ਮਗਰੋਂ ਰਗੜਾਂਗੇ ਜੀ। ਹੁਣ ਇਹ ਕੋਈ ਗੱਲ ਕਹਿਣ ਵਾਲੀ ਥੋੜੋ ਹੈ। ਬਿਲਕੁਲ, ਵੀ ਰਗੜਾਂਗੇ ਜੀ। ਉਹ ਚੀਫ ਮਿਨਿਸਟਰ ਹੈ ਪੰਜਾਬ ਦਾ, ਉਹਨੂੰ ਥੋੜੀ ਬਹੁਤੀ ਇੱਜ਼ਤ ਦਿਓ, ਦੇ ਦਿਓ। ਇੱਜ਼ਤ ਦਿਓ ਤੇ ਇੱਜ਼ਤ ਕਰਵਾਓ, ਕਰਵਾਓ। ਜੀ 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 ਜੀ। ਇਵੇਂ ਹੀ ਉਹ ਆਪਣੇ ਸੁਖਬੀਰ ਬਾਦਲ ਨੇ ਕਰਿਆ ਸੀ ਜੀ, ਵੀ 4 ਚੀਫ ਮਿਨਿਸਟਰ ਹੋਏ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਬੇਅੰਤ ਸਿੰਘ, ਕੈਪਟਨ ਅਮਰਿੰਦਰ ਸਿੰਘ ਤੇ ਇੱਕ ਆ ਪਾਗਲ ਜਿਹਾ। ਸੋ ਦੇਖੋ, ਜਦੋਂ ਕਿੰਨਾ ਕੁ ਜ਼ੋਰ ਲੱਗਦਾ ਜੀ ਜੇ ਤੁਸੀਂ ਕਹਿ ਦਿਓਗੇ ਸਰਦਾਰ ਭਗਵੰਤ ਸਿੰਘ। ਮੈਨੂੰ ਲੱਗਦਾ ਉਹ ਵਿਚਾਰੇ ਆਪਣੀ ਪਾਰਟੀ ਨਾਲ ਨਾਰਾਜ਼ ਹੋ ਗਏ ਨੇ, ਸ਼ਾਇਦ, ਹੋ ਸਕਦਾ। ਪ੍ਰਧਾਨ ਕਹਿੰਦੇ ਕਿਸੇ ਹੋਰ ਨੂੰ ਬਣਾਈ ਜਾਂਦੇ ਨੇ, ਚਲੋ ਭਗਵੰਤ ਮਾਨ ਤੇ ਹੀ ਤਵਾ ਲਾ ਦੀ। ਨਹੀਂ, ਦੇਖੋ, ਪ੍ਰਧਾਨ ਬਣਨਾ ਜਾਂ ਨਾ ਬਣਨਾ, ਜੇ ਉਹ ਛੱਡ ਦੇਣਗੇ ਨਾ ਪ੍ਰਧਾਨਗੀ, ਤੇ ਮੇਰਾ ਖਿਆਲ ਹੈ ਵੀ, ਜੋ ਮੇਰੀ ਸੋਚ ਹੈ, ਅਕਾਲੀ ਦਲ ਇਦੋਂ ਉੱਚਾ ਉੱਠ ਸਕਦਾ। ਜਿਹੜੇ ਜਿੰਨੇ ਮੈਂਬਰ ਆ, ਉਹਨਾਂ ਚੋਂ 5-4 ਛੱਡ ਕੇ ਕਹਿੰਦੇ ਆ, ਜਿਹੜੇ ਛੱਡ ਕੇ ਗਏ ਆ ਨਾ ਅਕਾਲੀ ਦਲ ਨੂੰ, ਉਹ ਸਾਰੇ ਵਾਪਸ ਆ ਜਾਣਗੇ ਜੇ ਪ੍ਰਧਾਨ ਚੇਂਜ ਹੋ ਜਾਂਦਾ। ਅਕਾਲੀ ਦਲ ਦਾ ਜੀ। ਹੁਣ ਗੱਲ ਆਪਾਂ, ਮੈਂ ਤਾਂ ਬੀਜੇਪੀ ਦੀ ਗੱਲ ਕਰਦਾ ਸੀ। ਬੀਜੇਪੀ ਤੇ ਜਾਖੜ ਸਾਹਿਬ ਆ ਗਏ। ਹਾਂਜੀ ਹਾਂਜੀ ਹਾਂਜੀ, ਬਿਲਕੁਲ, ਗੱਲ ਇੱਕੋ ਹੀ ਆ ਰਾਈਟ। ਜਾਖੜ ਸਾਹਿਬ ਨੂੰ ਪ੍ਰਧਾਨ ਬਣਾਤਾ। ਹਾਂਜੀ ਹਾਂਜੀ। ਹੁਣ ਜਿਹੜੇ ਪਹਿਲਾਂ ਪ੍ਰਧਾਨ ਸੀ, ਉਹਨਾਂ ਨੇ ਰਿਜ਼ਾਈਨ ਕਰਤਾ ਜੀ।
ਕੱਲੀ ਪ੍ਰਧਾਨਗੀ ਤੋਂ ਨਹੀਂ ਰਿਜ਼ਾਈਨ ਕਰਿਆ, ਉਹ ਕਹਿੰਦਾ ਮੈਂ ਰਹੂੰਗਾ ਪਾਰਟੀ 'ਚ ਜੀ, ਪਰ ਜਿਹੜੇ ਮੇਰੇ ਅਹੁਦੇ ਆ ਉਹਨਾਂ ਸਾਰਿਆਂ ਤੋਂ ਰਿਜ਼ਾਈਨ। ਉੱਥੇ ਸ਼ਵੀ ਜੀ ਗੱਲ ਇਹ ਆਉਂਦੀ ਹੈ ਨਾ, ਉਹ ਸੋਚਦੇ ਆ ਵੀ ਸਾਨੂੰ ਤਾਂ ਇੰਨੇ ਸਾਲ ਹੋ ਗਏ, ਅਸ਼ਵਨੀ ਸ਼ਰਮਾ ਜੀ ਦੇ, ਹਾਂ ਅਸ਼ਵਨੀ ਦੀ ਜੀ, ਵੀ ਸਾਨੂੰ ਇੰਨੇ ਸਾਲ ਹੋ ਗਏ, ਅਸੀਂ ਬੀਜੇਪੀ ਦੇ ਸਿਪਾਹੀ ਆ, ਜਾਂ ਉਹ ਇਕੱਲੇ ਨਹੀਂ ਜੀ, ਬਾਕੀ ਦੇ ਬਹੁਤ ਹੋਰ ਆ। ਜੀ 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 ਜੀ। ਪਰ ਇੱਕ ਜਿਹੜਾ ਇਨਸਾਨ ਆ ਉਹਨੂੰ 6 ਮਹੀਨੇ ਨਹੀਂ ਹੋਏ ਹਲੇ ਆਏ ਨੂੰ, ਤੇ ਉਹਨੂੰ ਤੁਸੀਂ ਪ੍ਰਧਾਨ ਬਣਾ, ਉਹ ਸ਼ਾਇਦ ਪਾਰਟ ਆਫ ਦਾ ਡੀਲ ਵੀ ਹੋਵੇ ਨਾ ਭਾਜੀ, ਤਾਂ ਹੀ ਕਰਕੇ ਹੋ ਸਕਦੀ ਹੈ। ਹਾਂਜੀ ਹਾਂਜੀ, ਉਹ ਆਏ ਹੋਣ। ਸੋ ਮੈਨੂੰ ਲੱਗਦਾ ਕਿ ਕੈਪਟਨ ਸਾਹਿਬ ਜਿਹੜੇ ਨੇ, ਨਾਲ ਹੀ ਜਿਹੜੀ ਪੂਰੀ ਜਿਹੜੀ ਆਪੋਜੀਸ਼ਨ ਹੈ ਉਹ ਲੱਗੀ ਹੋਈ ਹੈ ਮਾਨ ਸਾਹਿਬ ਦੇ ਮਗਰ, ਕਿ ਕੁਛ ਨਾ ਕੁਛ ਬਿਆਨਬਾਜ਼ੀ ਕਰਕੇ ਸੁਰਖੀਆਂ ਦੇ ਵਿੱਚ ਆਣ। ਪਰ ਜੇ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈ ਤੇ ਫਿਰ ਜਿਹੜੇ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਜੀ ਦੇ ਜਿਹੜੇ ਕਰੀਬੀ ਨੇ, ਉਹਨਾਂ ਦੇ ਵਿਜੀਲੈਂਸ ਦੀ ਰੇਡ ਕਿਵੇਂ ਪੈ ਗਈ? ਚਾਲ ਸਾਹਿਬ ਦੇ ਉੱਪਰ ਕਿਵੇਂ ਪੈ ਗਈ ਜੀ? ਦੇਖੋ, ਵਿਜੀਲੈਂਸ ਤਾਂ ਜਦੋਂ ਦੀ ਆਪ ਜੀ ਗਵਰਨਮੈਂਟ ਬਣੀ ਆ ਜੀ, ਜੇ ਮੈਂ ਦੇਖਾਂ ਤਾਂ ਮੈਜੋਰਟੀ ਜਿਹੜੇ ਉਹਨਾਂ ਦੀ ਰੇਡ ਤਾਂ ਕਾਂਗਰਸੀਆਂ ਤੇ ਹੀ ਕਰੀ ਪਈ ਹੈ ਹਾਲ ਤੱਕ ਜੀ। ਬੀਜੇਪੀ ਚੋਂ ਵੀ ਹੈਗੇ ਆ ਇੱਕ ਜਾਂ ਦੋ ਜੀ ਜਿਨ੍ਹਾਂ ਤੇ ਪਈ ਆ ਜੀ, ਨਾਲ ਦੀ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਵੀ ਆ ਕੁਝ ਜੀ ਜਿਨ੍ਹਾਂ ਤੇ ਪਈ ਆ। ਪਰ ਹੁਣ ਲੇਟੈਸਟ ਆ ਜਿਹੜੀ, ਉਹ ਕੈਪਟਨ ਸਾਹਿਬ ਦੇ ਬਹੁਤ ਕਰੀਬੀ ਆ, ਬਹੁਤ ਸਾਲਾਂ ਤੋਂ ਉਹਨਾਂ ਦੇ ਐਡਵਾਈਜ਼ਰ ਆ, ਮੀਡੀਆ ਐਡਵਾਈਜ਼ਰ ਜੀ, ਰਾਈਟ ਜੀ। ਸੋ ਉਹਦੇ ਮਾਲ, ਇੱਕ ਉਹਨਾਂ ਦੀ ਕੋਈ ਸਟ੍ਰਿਪ ਮਾਲ ਆ ਜੀ ਜੀ, ਉੱਥੇ ਪਈ ਆ, ਘਰੇ ਵੀ ਪਈ ਆ, ਉਹ ਇੱਥੋਂ ਤੱਕ ਪਈ ਆ ਜੀ, ਉਹਨਾਂ ਨੇ ਬੈਂਕਟ ਹਾਲ ਤੇ ਹਾਂ ਇੱਥੋਂ ਤੱਕ ਪਈ ਆ, ਉਹਨਾਂ ਨੇ ਕੰਧਾਂ ਵੀ ਮਿਣੀਆਂ ਵੀ ਕਿੰਨੀਆਂ ਕਿੰਨੀਆਂ ਮੋਟੀਆਂ। ਉਹ ਫਿਰ ਉੱਥੇ ਹੋਰ ਕਿੱਥੇ ਰੱਖਣ, ਜਿਹੜਾ ਹੈਗਾ ਬਲੈਕ ਮਨੀ ਜਿਹਨੂੰ ਕਹਿੰਦੇ ਆ। ਪਰ ਜੇ ਦੇਖੋ ਜੀ, ਉਹ ਰੇਟ ਪਈ ਹੈ, ਉਹਦਾ ਵੀ ਕੀ ਹੁੰਦਾ ਤੇ ਪਤਾ ਲੱਗਦਾ। ਪਰ ਇਸ ਤੋਂ ਇਹ ਚੀਜ਼ ਸਾਬਤ ਹੁੰਦੀ ਹੈ ਕਿ ਉਹਨੂੰ ਕੁਝ ਪਤਾ ਨਹੀਂ ਹੈ ਵਾਲੀ ਗੱਲ ਨਹੀਂ ਹੈ। ਬਿਲਕੁਲ, ਉਹਨੇ ਦੱਸਤਾ ਕਿ ਮੈਨੂੰ ਕੀ ਪਤਾ ਕੀ ਨਹੀਂ ਪਤਾ। ਉਹ ਤਾਂ ਕਹਿੰਦਾ ਜੀ, ਮਾਨ ਸਾਹਿਬ ਤਾਂ ਕਹਿੰਦੇ ਆ ਵੀ ਮੈਂ ਕੋਈ ਗੱਲ ਨਹੀਂ, ਪਾਗਲ ਹੀ ਠੀਕ ਆ, ਪਰ ਮੈਂ ਕਿਸੇ ਦੀ ਰੇਹੜੀ 'ਚ ਹਿੱਸਾ ਨਹੀਂ ਪਾਉਂਦਾ, ਕਿਸੇ ਦੀ ਚਾਹ ਵਾਲੀ ਦੁਕਾਨ 'ਚ ਹਿੱਸਾ ਨਹੀਂ ਪਾਉਂਦਾ, ਮੈਂ ਕਿਸੇ ਦੇ ਕੋਈ ਢਾਬੇ 'ਚ ਹਿੱਸਾ ਨਹੀਂ ਪਾਉਂਦਾ, ਪਰ ਮੈਂ ਪਾਗਲ ਆ। ਮੈਂ ਲੋਕਾਂ ਵਾਸਤੇ ਜੋ ਕੰਮ ਕਰਦਾ ਨਾ ਜੀ, ਮੈਨੂੰ ਤਾਂ ਉਹੀ ਕਰਨਾ ਆਉਂਦਾ ਜੀ। ਇਹਨੇ ਬਿਲਕੁਲ ਸਹੀ ਗੱਲ ਹੈ ਜੀ। ਸੋ ਮੈਨੂੰ ਲੱਗਦਾ ਕਿ ਪੰਜਾਬ ਦੀਆਂ ਜਿਹੜੀਆਂ ਖਬਰਾਂ ਨੇ ਉਸ ਦੇ ਵਿੱਚ ਜ਼ਿਆਦਾਤਰ ਬਿਆਨਬਾਜ਼ੀਆਂ ਜਿਹੜੀਆਂ ਰੋਜ਼ ਹੋ ਰਹੀਆਂ ਨੇ, ਉਹ ਤੁਹਾਡੇ ਕੋਲ ਪਹੁੰਚਦੀਆਂ ਨੇ ਤੇ ਸਾਡਾ ਵੀ ਧਰਮ ਹੈ ਜੀ ਤੁਹਾਡੇ ਤੱਕ ਪਹੁੰਚਾਉਣਾ। ਪਰ ਬਿਆਨਬਾਜ਼ੀ ਜਿਹੜੀ ਹੈ ਨਾ ਪਰਸਨਲ, ਜੀ ਜੀ ਜੀ, ਉਹਦੇ ਵਜੋਂ ਜਿਹੜਾ ਤੁਸੀਂ ਜਿਹੜਾ ਐਕਚੁਅਲ ਮੁੱਦੇ ਆ ਉਹਦੇ ਤੇ ਗੱਲ ਕਰੋ ਜੀ, ਰਾਈਟ। ਬਿਲਕੁਲ ਜੀ। ਇੱਥੇ ਕੈਪਟਨ ਸਾਹਿਬ ਏਦੂ ਥੋੜਾ ਜਿਹਾ ਚੰਗਾ ਬਿਆਨ ਵੀ ਦੇ ਸਕਦੇ ਸੀ। ਬਿਲਕੁਲ ਜੀ, ਬਿਲਕੁਲ। ਸੋ ਮੈਨੂੰ ਲੱਗਦਾ ਭਾਜੀ ਸਮਾਂ ਹੋ ਗਿਆ ਸਾਡਾ ਵਾਪਸ ਜਾਣ ਦਾ, ਵਾਪਸ ਅਸੀਂ ਪਹੁੰਚੀਏ। ਤੇ ਮੈਨੂੰ ਲੱਗਦਾ ਹੈ ਕਿ ਖਬਰਾਂ ਜਿਹੜੀਆਂ ਇਕੱਠੀਆਂ ਕਰੀਏ ਦਿਨ ਭਰ ਦੀਆਂ, ਸੋ ਦੈਟ ਕਿ ਕੱਲ ਫੇਰ ਸਵੇਰੇ ਇੱਥੇ ਆ ਕੇ ਤੁਹਾਡੀ ਤਾਂ ਫਲਾਈਟ ਆ, ਦੇਖਿਓ ਡਿਲੇ ਨਾ ਹੋ ਜੇ, ਕੈਂਸਲ ਨਾ ਹੋ ਜੇ, ਔਰ ਤੁਸੀਂ ਪਹੁੰਚੋ ਜੀ। ਫਿਰ ਨਹੀਂ, ਉਹ ਤਾਂ ਫਲਾਈਟ ਸ਼ਾਇਦ ਨਾ ਹੋਵੇ ਕੈਂਸਲ, ਪਰ ਆਪਾਂ ਜਿਹੜੀ ਤੇ ਜਾਣਾ ਵਾਪਸ, ਇਹ ਤਾਂ ਆਪਾਂ ਲੈ ਚੱਲਦੇ ਹਾਂ, ਕੋਈ ਚੱਕਰ ਨਹੀਂ ਭਾਜੀ। ਬੈਟਰੀ ਫੇਰ ਚਾਰਜ ਹੋ ਗਈ ਤੇ ਨਾਲ ਹੀ ਸਾਡਾ ਤੇਲ ਫੇਰ ਅਸੀਂ ਭਰਾ ਲਿਆ, ਤੇ ਮੈਨੂੰ ਲੱਗਦਾ ਵਾਪਸ ਚੱਲਦੇ ਹਾਂ। ਜਾਂਦੇ ਜਾਂਦੇ ਸ਼ੇਅਰ ਰੱਖੋ। ਅੱਛਾ, ਵਾਹ, ਕੀ ਬਾਤ ਹੈ, ਡਬਲ ਡੋਜ਼। ਇਹ ਕੋਈ ਖਾਸ ਹੀ ਹੈ? ਜਾਂਦੇ ਵੀ ਚਾਹੀਦਾ ਨਾ, ਜਾਂਦੇ ਵੀ ਐਂਟਰ, ਹੁਣ ਜਾਂਦੇ ਸੌਂ ਕੇ ਥੋੜਾ ਜਾਣਾ ਆਪਾਂ। ਜੀ ਬਿਲਕੁਲ ਬਿਲਕੁਲ, ਇਰਸ਼ਾਦ ਰਾਈਟ ਜੀ। ਆਉਂਦੇ ਕਾਫੀ ਪੀ ਕੇ ਆਏ ਸੀਗੇ, ਜਾਂਦੇ ਕੁਝ ਹੋਰ ਪੀ। ਠੀਕ ਹੈ ਜੀ, ਜੀ ਜ਼ਰੂਰ। ਉਹ ਕਹਿੰਦੇ ਆ ਜੀ, ਦੋ ਹੀ ਚੀਜ਼ਾਂ ਮੰਗਦਾ ਮੈਂ ਰੱਬ ਤੋਂ, ਦਿਨ ਤੇ ਰਾਤ। ਅੱਛਾ, ਦੋ ਹੀ ਚੀਜ਼ਾਂ ਮੰਗਦਾ ਰੱਬ ਤੋਂ, ਦਿਨ ਤੇ ਰਾਤ। ਹੁਣ ਮੈਨੂੰ ਨਾ ਦੋਨੀ ਪਾਸੇ ਦੇਖਣਾ ਪੈਂਦਾ, ਉਧਰ ਵੀ ਤੇ ਤੁਹਾਡੇ ਵੱਲ। ਨਹੀਂ ਨਹੀਂ, ਹਾਂਜੀ ਹਾਂਜੀ, ਮੈਂ ਤੁਹਾਡੇ ਵਾਲੇ ਪਾਸੇ ਦੇਖ ਰਿਹਾ ਜੀ। ਦੋ ਹੀ ਚੀਜ਼ਾਂ ਮੰਗਦਾ ਰੱਬ ਤੋਂ ਦਿਨ ਰਾਤ। ਹਾਂਜੀ, ਇੱਕ ਸਿਰ ਤੇ ਉਹਦਾ ਹੱਥ ਹੋਵੇ, ਇੱਕ ਸਿਰ ਤੇ ਰੱਬ ਦਾ ਹੱਥ। ਅੱਛਾ, ਰੱਬ ਦਾ, ਠੀਕ ਹੈ ਜੀ। ਤੇ ਦੂਜਾ ਤੇਰਾ ਮੇਰਾ ਸਾਥ ਹੋਵੇ। ਹਾਏ 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 ਹਾਏ, ਵਾਹ ਜੀ ਵਾਹ। ਮੈਂ ਤਾਂ ਕਹਿੰਦਾ ਇਹ ਵੀ ਤੁਸੀਂ ਜਿਹਨੂੰ ਡੈਡੀਕੇਟ ਕੀਤਾ ਸੋ ਕੀਤਾ, ਪਰ ਆਡੀਅנס ਨੂੰ ਵੀ ਅਸੀਂ ਫਿਰ ਤੋਂ ਜਿਹੜੇ ਵਿਊਅਰਸ ਨੇ ਔਰ ਲਿਸਨਰਸ ਨੇ, ਉਹਨਾਂ ਨੂੰ ਅਸੀਂ ਇਹ ਡੈਡੀਕੇਟ ਕਰਦੇ ਹਾਂ। ਵਾਕਈ ਤੁਹਾਡਾ ਸਾਥ ਜਿਹੜਾ ਉਹ ਸਾਨੂੰ ਚਾਹੀਦਾ। ਬਿਲਕੁਲ, ਜਿਵੇਂ ਰਾਏ ਸਾਹਿਬ ਨੇ ਕਿਹਾ, ਸਰ ਤੇ ਇਹਨਾਂ ਦੇ ਹੱਥ ਜ਼ਰੂਰ। ਇੱਕ ਸਿਰ ਤੇ ਉਹਦਾ ਹੱਥ ਹੋਵੇ ਤੇ ਦੂਜਾ ਤੇਰਾ
ਮੇਰਾ ਸਾਥ ਹੋਵੇ। ਬਿਲਕੁਲ ਜੀ ਬਿਲकुल, ਬਹੁਤ ਬਹੁਤ ਵਧੀਆ ਭਾਜੀ, ਥੈਂਕ ਯੂ ਸੋ ਮਚ। ਅੱਜ ਵੀ ਖਬਰਾਂ ਦੀ ਸਾਂਝ ਪਾਉਣ ਲਈ, ਉਹਨਾਂ ਨਾਲ ਡਿਸਕਸ਼ਨ ਕਰਨ ਲਈ। ਕੱਲ ਵੀ ਪਰਤ ਕੇ ਅਸੀਂ ਆਵਾਂਗੇ, ਭਾਵੇਂ ਵਾਇਆ ਜ਼ੂਮ ਆਈਏ, ਤੇ ਤੁਹਾਡੇ ਤੱਕ ਅਸੀਂ ਪ੍ਰੋਗਰਾਮ ਪਹੁੰਚਾਵਾਂਗੇ। ਸੋ 8 ਵਜੇ ਪ੍ਰੋਗਰਾਮ ਨੂੰ ਮਿਸ ਨਾ ਕਰਿਓ। ਥੈਂਕ ਯੂ। ਕਾਲੀ ਸ਼ਰਟ ਵੀ ਪਾਈ, ਕਾਲੀ ਸ਼ਰਟ ਪਾ ਕੇ ਜੀ। ਧੰਨਵਾਦ ਭਾਜੀ, ਧੰਨਵਾਦ, ਬਹੁਤ ਧੰਨਵਾਦ ਜੀ। ਧੰਨਵਾਦ ਤੁਹਾਡੇ ਸਾਰਿਆਂ ਦਾ ਜੀ, ਜਿਹੜੇ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ। ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ, ਕੋਈ ਵੀ ਗੱਲਬਾਤ ਸਾਡੇ ਤੱਕ ਪਹੁੰਚਾਉਣੀ ਹੈ, ਤੁਸੀਂ ਕਮੈਂਟ ਰਾਹੀਂ ਜਾਂ ਫਿਰ ਸਾਨੂੰ WhatsApp ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਇਸ਼ਤਿਹਾਰ ਦੇਣਾ ਹੈ ਤਾਂ ਵੀ ਤੁਸੀਂ ਸਾਨੂੰ ਫੋਨ ਕਰਕੇ, ਜਾਂ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਖਬਰਾਂ ਸਪਾਂਸਰ ਕਰਨੀਆਂ, ਕੋਈ ਵੀ ਇੱਦਾਂ ਦੀ ਤੁਸੀਂ ਸੋਚਦੇ ਹੋ ਕਿ ਲੋਕਾਂ ਤੱਕ ਆਪਣੇ ਬਿਜ਼ਨਸ ਦੀ ਆਵਾਜ਼ ਪਹੁੰਚਾਉਣੀ ਹੈ, ਤੇ ਤੁਸੀਂ ਸਿੰਪਲੀ ਸਾਨੂੰ ਕਾਲ ਕਰੋ ਜਾਂ ਮੈਸੇਜ ਕਰੋ। ਸਾਡੀ ਜਿਹੜੀ ਮਾਰਕੀਟਿੰਗ ਟੀਮ ਹੈ ਵਿਦਿਨ 24 ਆਵਰਸ ਤੁਹਾਡੇ ਤੱਕ ਰੀਚ ਕਰੂਗੀ। ਐਂਡ ਅਸੀਂ ਕੋਸ਼ਿਸ਼ ਕਰਾਂਗੇ ਕਿ ਮਿਲੀਅਨਸ ਆਫ ਜਿਹੜੇ ਸਾਨੂੰ ਦੇਖਦੇ ਨੇ ਰੋਜ਼ ਸਾਊਥ ਏਸ਼ੀਅਨਸ, ਉਹਨਾਂ ਤੱਕ ਤੁਹਾਡੀ ਜਿਹੜੀ ਜਾਣਕਾਰੀ ਹੈ ਬਿਜ਼ਨਸ ਦੀ, ਉਹ ਪਹੁੰਚਾਈ ਜਾਵੇ। ਕੱਲ ਸਵੇਰੇ ਹੋਏਗੀ ਜੀ 8 ਵਜੇ ਫਿਰ ਮੁਲਾਕਾਤ। ਆਪਣਾ ਧਿਆਨ ਰੱਖੋ ਜੀ, ਸਵਸਥ ਰਹੋ, ਮਸਤ ਰਹੋ, ਔਰ ਦੇਖਦੇ ਰਹੋ BTV। ਬੀ ਪੋਜ਼ਿਟਿਵ, ਬੀ योरसेल्फ।